ਪੰਜਾਬੀਆਂ ਦਾ ਇਤਿਹਾਸ ਇੱਥੇ ਸਿਰਫ ਉਹਨਾਂ ਕੁ ਨਹੀਂ ਹੈ ਜਿੰਨਾ ਕੁ ਸਾਨੂੰ ਦੱਸਿਆ ਜਾ ਰਿਹਾ। ਇਹ ਇਤਿਹਾਸ ਉਹਦੇ ਤੋਂ ਬਹੁਤ ਵੱਡਾ ਹੈ। ਸਾਡੀਆਂ ਕੁਰਬਾਨੀਆਂ ਕੈਨੇਡਾ ਦੇ ਵਿੱਚ ਉਹਦੇ ਤੋਂ ਬਹੁਤ ਵੱਡੀਆਂ ਨੇ। ਜਿੰਨਾ ਕੈਨੇਡਾ ਨੂੰ ਕਿਸੇ ਵੀ ਹੋਰ ਕਮਿਊਨਿਟੀ ਨੇ ਬਿਲਡ ਕਰਨ ਦੇ ਵਿੱਚ ਹਿੱਸਾ ਪਾਇਆ, ਉਹਦੇ ਤੋਂ ਉਹਨਾਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਵੱਡ ਵਡੇਰੇ ਸਾਡੇ ਪੁਰਖਿਆਂ ਨੇ ਵੀ ਇਹਦੇ ਵਿੱਚ ਉਹਨਾਂ ਹੀ ਹਿੱਸਾ ਪਾਇਆ। ਜਿਹੜੀ ਰਿਪਬਲਿਕ ਆਫ ਇੰਡੀਆ ਸੀਗੀ ਉਹਨਾਂ ਨੇ ਇਹ ਕੰਸੀਡਰ ਕੀਤੀ ਹੈ ਸਾਨੂੰ ਇਹ ਚਾਹੀਦੀ ਨਹੀਂ ਹਿਸਟਰੀ, ਉਹਨੂੰ ਕਵਰ ਅਪ ਕਰਤਾ, ਉਹਨਾਂ ਨੇ ਮਿਟਾਤੀ। ਤੁਸੀਂ ਇਹ ਆਪਾਂ ਨੂੰ ਇਹ ਸਮਝ ਆਉਣੀ ਚਾਹੀਦੀ ਹੈ 1947 ਤੱਕ ਇੱਥੇ ਕੋਈ ਚੀਜ਼ ਨਹੀਂ ਸੀ ਜਿਹੜੀ ਕੈਨੇਡੀਅਨ ਸਿਟੀਜ਼ਨਸ਼ਿਪ, ਸਾਰੇ ਬ੍ਰਿਟਿਸ਼ ਸੀਗੇ, ਆਪਾਂ ਵੀ ਬ੍ਰਿਟਿਸ਼ ਸੀਗੇ, ਇੰਡੀਆ ਵੀ ਬ੍ਰਿਟਿਸ਼ ਸੀਗੀ, ਕੈਨੇਡਾ ਵੀ ਬ੍ਰਿਟਿਸ਼ ਸੀਗੇ। ਜਦੋਂ ਮੈਂ ਸਕੂਲ ਗਿਆ ਸੀਗਾ ਅਸੀਂ ਕਦੇ ਪੜ੍ਹਿਆ ਨਹੀਂ, ਸਾਡੇ ਬੁੱਕਸ ਦੇ ਵਿੱਚ ਕਿਤੇ ਲਿਖਿਆ ਨਹੀਂ ਸੀ ਸਿੱਖਾਂ ਦੀ ਕੰਟਰੀਬਿਊਸ਼ਨ ਕੀ ਸੀਗਾ ਵਰਲਡ ਵਾਰ 1 ਵਰਲਡ ਵਾਰ 2 ਦੇ ਵਿੱਚ। ਫੈਕਟ ਜਿਹੜੀ ਆਪਾਂ ਹੁਣ ਆਮ ਬੰਦਾ ਦਸਤਾਰ ਪਾਉਂਦਾ ਹੈ ਉਹ ਐਕਚੁਅਲੀ ਮਿਲਟਰੀ ਦੀ ਸਟਾਈਲ ਆ। ਉਹਨੂੰ ਜਿਹੜੀ ਹੇਠਾਂ 50 ਕਹਿੰਦੇ ਆ, ਇਹ ਸਾਰਾ ਕੁਛ ਮਿਲਟਰੀ ਇਸ਼ੂ ਆ। ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਅੱਜ ਅਸੀਂ ਇੱਕ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਕੁਝ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਦੇ ਲਈ ਅੱਜ ਅਸੀਂ ਇਹ ਪ੍ਰੋਗਰਾਮ ਕਰਨ ਦੇ ਲਈ ਇੱਥੇ ਸਰੀ ਮਿਊਜ਼ੀਅਮ ਦੇ ਵਿੱਚ ਪਹੁੰਚੇ ਹਾਂ। ਇੱਥੇ ਪਿਛਲੇ ਲੰਬੇ ਸਮੇਂ ਤੋਂ ਇੱਕ ਐਗਜ਼ੀਬਿਸ਼ਨ ਚੱਲ ਰਹੀ ਸੀ ਸਾਡੇ ਹੈਰੀਟੇਜ ਬਾਰੇ, ਸਾਡੀ ਹਿਸਟਰੀ ਬਾਰੇ। ਸਟੀਵ ਪੁਰੇਵਾਲ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੂੰ, ਉਹਨਾਂ ਦਾ ਨਾਂ ਸੁਣਿਆ। ਪਿਛਲੇ ਸਾਲ ਉਹਨੇ ਕਿਤਾਬ ਡਿਊਟੀ ਆਨਰ ਇੱਜ਼ਤ ਸਾਹਮਣੇ ਲੈ ਕੇ ਆਂਦੀ ਸੀ। ਇੱਕ ਖਾਸ ਪ੍ਰੋਜੈਕਟ ਦੇ ਉੱਤੇ ਪਿਛਲੇ ਕੁਝ ਸਾਲਾਂ ਤੋਂ ਕੰਮ ਕਰ ਰਹੇ ਆ। ਉਹ ਪ੍ਰੋਜੈਕਟ ਕੀ ਆ ਕਿ ਸਾਡੀ ਹਿਸਟਰੀ, ਸਾਡਾ ਇਤਿਹਾਸ, ਪੰਜਾਬੀਆਂ ਦਾ ਇਤਿਹਾਸ ਇੱਥੇ ਸਿਰਫ ਉਹਨਾਂ ਕੁ ਨਹੀਂ ਹੈ ਜਿੰਨਾ ਕੁ ਸਾਨੂੰ ਦੱਸਿਆ ਜਾ ਰਿਹਾ। ਇਹ ਇਤਿਹਾਸ ਉਹਦੇ ਤੋਂ ਬਹੁਤ ਵੱਡਾ ਹੈ। ਸਾਡੀਆਂ ਕੁਰਬਾਨੀਆਂ ਕੈਨੇਡਾ ਦੇ ਵਿੱਚ ਉਹਦੇ ਤੋਂ ਬਹੁਤ ਵੱਡੀਆਂ ਨੇ। ਇਹ ਜਾਣਬੁੱਝ ਕੇ ਸਾਡੇ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ ਜਾਂ ਸਾਡੀ ਆਪਣੀ ਅਣਗਹਿਲੀ ਆ ਕਿ ਸਾਨੂੰ ਆਪਣੇ ਇਤਿਹਾਸ ਦਾ ਪਤਾ ਨਹੀਂ। ਉਹ ਇਤਿਹਾਸ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਆ, ਜਿਹਦੇ ਤਹਿਤ ਪਿਛਲੇ ਸਾਲਾਂ ਦੇ ਵਿੱਚ ਐਗਜ਼ੀਬਿਸ਼ਨਸ ਲਾਈਆਂ ਗਈਆਂ ਵੱਖ-ਵੱਖ ਥਾਵਾਂ ਦੇ ਉੱਤੇ। ਇਸੇ ਤਰ੍ਹਾਂ ਜਿਹੜੀ ਬੁੱਕ ਸੀਗੀ ਡਿਊਟੀ ਆਨਰ ਇੱਜ਼ਤ ਉਹ ਸਾਹਮਣੇ ਆਈ। ਹੁਣ ਇੱਕ ਸ਼ਾਰਟ ਫਿਲਮ ਬਣਾ ਰਹੇ ਨੇ ਉਹ, ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਉਹਨਾਂ ਨੇ ਬਣਾਈਆਂ। ਅੱਜ ਅਸੀਂ ਉਹਨਾਂ ਦੇ ਨਾਲ ਇਹਦੇ ਬਾਰੇ ਗੱਲਬਾਤ ਕਰਨੀ ਹੈ। ਜਿਹੜੀ ਸ਼ਾਰਟ ਮੂਵੀ ਬਣਨੀ ਆ, ਬਣ ਗਈ ਹੈ, ਉਹਦਾ ਅੱਧਾ ਪਾਰਟ ਬਣ ਚੁੱਕਿਆ, ਬਾਕੀ ਬਣਨ ਵਾਲੀ ਰਹਿੰਦੀ ਆ। ਉਹਦੇ ਬਾਰੇ ਉਹਦੇ ਐਕਟਰਸ ਨਾਲ ਵੀ ਗੱਲਬਾਤ ਕਰਨੀ ਆ। ਮਸਲਾ ਇਹੀ ਆ ਕਿ ਜਿਹੜਾ ਇਤਿਹਾਸ ਸਾਨੂੰ ਇੰਨਾ ਕੁ ਪਤਾ ਕਿ ਅਸੀਂ 100 ਸਾਲ ਪਹਿਲਾਂ ਕਾਮਾਗਾਟਾ ਮਾਰੂ ਜਹਾਜ਼ ਦੇ ਵਿੱਚ ਇੱਥੇ ਆਏ ਸੀ, ਇੱਥੇ ਇਹਨਾਂ ਨੇ ਉਤਰ ਨਹੀਂ ਦਿੱਤਾ, ਉਹ ਵਾਪਸ ਚਲੇ ਗਏ, ਅਸੀਂ ਵਿਚਾਰੇ ਹਾਂ, ਅਸੀਂ ਗੁਲਾਮ ਸੀ ਜਾਂ ਅਸੀਂ ਇੱਥੇ ਮਾਈਗ੍ਰੇਟ ਹੋ ਕੇ ਆਏ ਆ, ਇਹ ਕਿਸੇ ਹੋਰ ਦੀ ਧਰਤੀ ਆ, ਅਸੀਂ ਬਾਹਰੋਂ ਆਏ ਆ। ਅਸਲ ਦੇ ਵਿੱਚ ਉਹ ਇਤਿਹਾਸ ਇਹ ਨਹੀਂ ਆ। ਸਾਡੇ ਪੁਰਖਿਆਂ ਦੀਆਂ, ਸਾਡੇ ਵੱਡਿਆਂ ਦੀਆਂ ਬ੍ਰਿਟਿਸ਼ ਆਰਮੀ ਦੇ ਵਿੱਚ ਇੱਥੇ ਕੁਰਬਾਨੀਆਂ ਬਹੁਤ ਜ਼ਿਆਦਾ ਨੇ। ਜਿੰਨਾ ਕੈਨੇਡਾ ਨੂੰ ਕਿਸੇ ਵੀ ਹੋਰ ਕਮਿਊਨਿਟੀ ਨੇ ਬਿਲਡ ਕਰਨ ਦੇ ਵਿੱਚ ਹਿੱਸਾ ਪਾਇਆ, ਉਹਦੇ ਤੋਂ ਉਹਨਾਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਵੱਡ ਵਡੇਰੇ ਸਾਡੇ ਪੁਰਖਿਆਂ ਨੇ ਵੀ ਇਹਦੇ ਵਿੱਚ ਉਹਨਾਂ ਹੀ ਹਿੱਸਾ ਪਾਇਆ। ਸਾਡੀ ਇੱਜ਼ਤ ਕੀ ਸੀ, ਅਸੀਂ ਕੌਣ ਸੀ ਇੱਥੇ, ਉਹ ਗੱਲਬਾਤ ਸਾਨੂੰ ਵੀ ਅਜੇ ਪੂਰੀ ਚੰਗੀ ਤਰ੍ਹਾਂ ਨਹੀਂ ਪਤਾ। ਕਿਉਂ ਸਾਰਾ ਕਰਿਕੂਲਮ ਸਾਡੇ ਬੱਚਿਆਂ ਨੂੰ ਇੱਥੇ ਸਕੂਲਾਂ ਦੇ ਵਿੱਚ ਨਹੀਂ ਦੱਸਿਆ ਜਾ ਰਿਹਾ, ਇਹਦੇ ਬਾਰੇ ਅੱਜ ਕੁਝ ਖਾਸ ਗੱਲਾਂ ਬਾਤਾਂ ਕਰਦੇ ਹਾਂ। ਸਟੀਵੀ, ਸਾਨੂੰ ਦੱਸੋ ਥੋੜ੍ਹਾ ਜਿਹਾ ਇਸ ਪ੍ਰੋਜੈਕਟ ਬਾਰੇ, ਕਦੋਂ ਸ਼ੁਰੂ ਕੀਤਾ ਸੀ, ਮਕਸਦ ਕੀ ਸੀ ਤੇ ਹੁਣ ਕਿੱਥੇ ਕੁ ਪਹੁੰਚੇ ਹਾਂ ਜੀ? ਸਾਡਾ ਪ੍ਰੋਜੈਕਟ ਡਿਊਟੀ ਆਨਰ ਇੱਜ਼ਤ, ਸਾਡਾ ਪ੍ਰੋਜੈਕਟ ਹੁਣ 2014 ਸ਼ੁਰੂ ਕੀਤਾ ਸੀਗਾ। ਉਦੋਂ ਜਿਹੜੀ ਸੰਸਾਰ ਦੀ ਪਹਿਲੀ ਯੁੱਧ ਸੀਗੀ ਉਹ 2014 ਉਹਦਾ 100 ਈਅਰ ਸੈਂਟੈਨੀਅਲ ਮਾਰਕ ਸੀਗਾ। ਉਸ ਵੇਲੇ ਮੈਂ ਸੋਚਿਆ ਸੀਗਾ ਆਪਾਂ ਨੂੰ ਐਗਜ਼ੀਬਿਸ਼ਨ ਬਣਾਉਣਾ ਚਾਹੀਦਾ ਆ। ਆਪਾਂ ਜਿਹੜੀ ਮੇਨ ਸਟ੍ਰੀਮ ਕੈਨੇਡੀਅਨ ਸੋਸਾਇਟੀ ਨੂੰ ਥੋੜ੍ਹਾ ਆਪਾਂ ਨੂੰ ਸਮਝਾਉਣਾ ਚਾਹੀਦਾ ਸਾਡੀ ਜਿਹੜੀ ਕੰਟਰੀਬਿਊਸ਼ਨਸ, ਯੋਗਦਾਨ ਕਿੰਨੇ ਸੀਗੇ। ਕਦੇ ਮੈਨੂੰ ਇੱਦਾਂ ਲੱਗਦਾ ਸੀਗਾ ਇੱਥੇ ਕੈਨੇਡਾ ਵਿੱਚ ਆਪਾਂ ਨੂੰ ਬਹੁਤ ਘੱਟ ਪਤਾ ਸੀਗਾ। ਇਹ ਮੈਂ ਤਾਂ ਜੰਮਿਆ ਪੜ੍ਹਿਆ ਇੰਗਲੈਂਡ ਦਾ ਆ, ਸਾਡੀ ਥੋੜ੍ਹੀ ਹਿਸਟਰੀ ਜਾਣਕਾਰੀ ਹਿਸਟਰੀ ਦੀ ਥੋੜ੍ਹੀ ਡਿਫਰੈਂਟ ਆ। ਜਦੋਂ ਅਸੀਂ ਇੱਥੇ ਆਏ ਹਾਂ ਉਹ ਮੈਂ ਦੇਖੇ ਆਪਣੇ ਨਿਆਣੇ ਸਕੂਲਾਂ ਨੂੰ ਜਾਂਦੇ ਆ, ਕੀ ਉੱਥੇ ਪੜ੍ਹਦੇ ਸਕੂਲਾਂ ਵਿੱਚ, ਉਹ ਜਿਹੜੀਆਂ ਕਿਤਾਬਾਂ ਮੁੜ ਕੇ ਘਰ ਨੂੰ ਲੈ ਕੇ ਆਉਂਦੇ ਆ, ਉਹਨਾਂ ਵਿੱਚ ਆਪਣੀ ਕਦੀ ਕਹਾਣੀ ਵਿੱਚ ਨਹੀਂ ਸੀਗੀ। ਇਹ ਹੁਣ ਫਿਰ ਮੈਨੂੰ ਇਹ ਤਾਂ ਮੈਨੂੰ ਪ੍ਰੋਬਲਮ ਲੱਗਦੀ ਸੀ ਜੇ ਆਪਾਂ ਹੁਣ ਇਸ ਵੇਲੇ ਇਹਨੂੰ ਨਾ ਦਿਖਾਈਏ, ਹਿਸਟਰੀ ਸਾਰੀ ਦੁਨੀਆ ਨੂੰ ਨਾ ਦੱਸੀਏ, ਇਹਦਾ ਮਤਲਬ ਹੈ ਸਾਡੀ ਹਿਸਟਰੀ ਗਵਾਚ ਜਾਣੀ ਸੀਗੀ। 100 ਸਾਲ ਤੋਂ ਬਾਅਦ ਜੇ ਤੁਸੀਂ ਆਪਣੀ ਓਨ ਹਿਸਟਰੀ ਨਹੀਂ ਲਿਖੀ ਉਹਦੇ ਚਾਂਸਿਸ ਬਹੁਤ ਘੱਟ ਆ ਉਹਨੂੰ ਸਰਵਾਈਵ ਕਰਨ ਲਈ। ਸੋ ਫਿਰ ਉਹ 2014 ਵਿੱਚ ਇਹ ਮੈਨੂੰ ਉਹਦਾ ਮਿਸ਼ਨ ਤੁਸੀਂ ਕਹਿ ਲਓ ਮਿਸ਼ਨ ਸਟਾਰਟ ਕੀਤਾ। ਮਿਸ਼ਨ ਸੀਗਾ ਆਪਣੀ ਹਿਸਟਰੀ ਨੂੰ ਰਾਈਟ ਕਰਨ ਲਈ, ਐਸਟੈਬਲਿਸ਼ ਕਰਨ ਲਈ। ਸੋ ਪਹਿਲੀ ਜਿਹੜਾ ਪ੍ਰੋਜੈਕਟ ਸੀਗਾ ਐਜ਼ ਐਗਜ਼ੀਬਿਸ਼ਨ ਆਪਾਂ ਬਣਾਇਆ ਸੀਗਾ।
ਉਹ ਐਕਸੀਬਿਸ਼ਨ ਬਣਾ ਕੇ ਜਦੋਂ ਵੀ ਐਨੀਵਰਸਰੀ ਕੋਈ ਆਈ ਵਰਲਡ ਵਾਰ 1 ਦੀ ਬੈਟਲ ਆਫ ਫਲਾਂਡਰਸ ਵਿਮੀ ਜਦੋਂ ਵੀ ਐਨੀਵਰਸਰੀ ਆਈ ਆਪਣੇ ਕੋਲ ਉਸ ਵੇਲੇ ਸਵਾਲ ਸੀਗਾ ਜਦੋਂ ਵੀ ਕੋਈ ਗੱਲ ਕਰਦਾ ਸੀਗਾ ਆਹ ਸਾਡਾ ਹਿਸਟਰੀ ਆ ਇਹ ਅਸੀਂ ਐਕਸੀਬਿਸ਼ਨ ਟਾਊਨ ਹਾਲ ਵਿੱਚ ਲਾਤਾ ਸਕੂਲਸ ਵਿੱਚ ਲਾਤੀਆਂ ਸਾਰੇ ਐਗਜ਼ਿਬਿਟਸ ਆਪਣੇ ਰੋਟੰਡਾ BC ਲੈਜਿਸਲੇਚਰ ਵਿੱਚ ਵੀ ਪਰਮਨੈਂਟ ਐਕਸੀਬਿਸ਼ਨ ਲਾਤਾ ਸੋ ਉਸ ਵੇਲੇ ਆਪਾਂ ਨੂੰ ਲੋਕਾਂ ਨੂੰ ਮੇਨ ਸਟ੍ਰੀਮ ਨੂੰ ਵੀ ਆਪਾਂ ਨੂੰ ਸਟੋਰੀ ਨੂੰ ਚੇਂਜ ਕੀਤਾ ਨੈਰੇਟਿਵ ਚੇਂਜ ਕੀਤਾ ਉਹਨੂੰ ਕਹਿੰਦੇ ਇਨਕਲੂਸਿਵ ਹੁਣ ਆਪਾਂ ਆਪਣੀ ਸਟੋਰੀ ਉਹਦੇ ਵਿੱਚ ਇਨਕਲੂਡ ਕੀਤਾ ਕਦੇ ਇਹਨਾਂ ਨੇ ਮੇਨ ਸਟ੍ਰੀਮ ਵਿੱਚ ਨਹੀਂ ਕੀਤਾ ਰੈਕਗਨਾਈਜ਼ ਨਹੀਂ ਕੀਤਾ ਆਪਾਂ ਨੂੰ ਨਾਲੇ ਸਕੂਲਾਂ ਦੇ ਵਿੱਚ ਪੜ੍ਹਾਇਆ ਨਹੀਂ ਇਹ ਗੱਲ ਤੇ ਫਿਰ ਉਹਦੇ ਤੋਂ ਬਾਅਦ ਬੁੱਕ ਪਬਲਿਸ਼ ਹੋਈ ਡਿਊਟੀ ਔਨ ਇਜ਼ਤ ਜਿਹੜੀ ਤੁਹਾਡੇ ਕੋਲ ਆ ਹੁਣ ਇੱਕ ਉਹਦੇ ਤੇ ਸ਼ਾਰਟ ਫਿਲਮ ਬਣ ਰਹੀ ਹੈ ਇਹ ਸਾਰਾ ਪ੍ਰੋਜੈਕਟ ਆ ਜਿੱਥੇ ਤੱਕ ਵੀ ਜਾ ਰਿਹਾ ਕੀ ਲੱਗਦਾ ਕਿੰਨਾ ਕੁ ਅਚੀਵ ਕੀਤਾ ਇਹਦੇ ਨਾਲ ਕੋਈ ਚੇਂਜ ਕੋਈ ਵਿਜ਼ੀਬਲ ਚੇਂਜ ਆਈ ਸਾਰੇ ਸਿਸਟਮ ਦੇ ਵਿੱਚ ਜਿਹੜਾ ਮਕਸਦ ਸੀ ਜਦੋਂ ਸ਼ੁਰੂ ਕੀਤਾ ਸੀ ਹੁਣ ਆਪਾਂ ਜਿਹੜੀ ਪ੍ਰਾਇੋਰਟੀ ਤੇ ਸੀ ਆਪਣੀ ਨਵੀਂ ਪੀੜ੍ਹੀ ਨੂੰ ਪੜ੍ਹਾਉਣਾ ਸੀਗਾ ਇਹਦੇ ਵਿੱਚ ਹੁਣ ਇਹ ਜਿਹੜੀ ਕਿਤਾਬ ਅਸੀਂ ਪਬਲਿਸ਼ ਕੀਤੀ ਹੈ ਪਿਛਲੇ ਸਾਲ ਡਿਊਟੀ ਔਨ ਇਜ਼ਤ ਉਹਦੇ ਵਿੱਚ ਆਪਾਂ ਇਦਾਂ ਕੀਤੀ ਹੈ ਜਿਹੜਾ ਐਕਸੀਬਿਸ਼ਨ ਸੀਗਾ ਉਹ 2014 2018 ਤੇ ਰਨ ਹੋਇਆ ਫਿਰ ਉਹ ਜਦੋਂ ਜਿਹੜੀ ਫਰਸਟ ਵਰਲਡ ਵਾਰ ਦੀ ਐਂਡ ਐਨੀਵਰਸਰੀ ਆਈ ਆ ਅਸੀਂ ਉਹ ਇਨਫੋਰਮੇਸ਼ਨ ਮੋਰ ਲੈਸ ਜਿੰਨਾ ਉਹਦੇ ਵਿੱਚ ਐਕਸੀਬਿਸ਼ਨ ਵਿੱਚ ਸੀਗਾ ਉਹ ਬੁੱਕ ਵਿੱਚ ਪਾਇਆ ਉਹਨੂੰ ਕਹਿੰਦੇ ਲੈਗੇਸੀ ਪ੍ਰੋਜੈਕਟ ਬਣਾਈ ਆ ਉਹ ਬੁੱਕ ਵਿੱਚ ਹੁਣ ਫਿਰ ਉਹ ਹੋ ਗਈ ਅਪਰੂਵਡ ਕਲਾਸਰੂਮਸ ਵਿੱਚ ਇਨ BC ਉਹ ਟੂਲ ਹੈਗਾ ਸੋ ਇਹਦਾ ਮਤਲਬ ਇਹ ਪ੍ਰੋਗਰੈਸ ਹੋਈ ਆ ਇਹ ਬੁੱਕ ਹੁਣ ਜਿੱਦਾਂ ਇਹਨਾਂ ਦੀ ਸੈਂਟਰਲ ਸਿਸਟਮ ਆ BC ਐਜੂਕੇਸ਼ਨ ਮਿਨਿਸਟਰੀ ਦਾ ਉਹਦੇ ਵਿੱਚ ਲਿਸਟਿੰਗ ਹੋਈ ਆ ਅਪਰੂਵਡ ਆ ਇਹਦਾ ਮਤਲਬ ਹੈ ਜੇ ਟੀਚਰ ਨੂੰ ਚਾਹੀਦੀ ਹੈ ਬੁੱਕ ਉਹ ਆਰਡਰ ਕਰ ਸਕਦੇ ਆ ਇੰਟਰਨਲੀ ਜਿੱਦਾਂ ਮਰਜੀ ਹੁਣ ਜਿਹੜਾ ਇੱਕ ਸਕੂਲ ਹੈਗਾ LM ਮੈਥਸਨ ਉਹਨਾਂ ਨੇ 60 ਬੁੱਕਸ ਆਰਡਰ ਕੀਤੀ ਇੰਟਰਨਲੀ ਆਪਣੀ ਸੋਸ਼ਲਸ ਕਲਾਸਿਸ ਲਈ ਸੋ ਪ੍ਰੋਗਰੈਸਡ ਹੈਗੀ ਆ ਬਣੀ ਆ ਸਕੂਲਾਂ ਦੇ ਵਿੱਚ ਫਿਰ ਵੀ ਅਜੇ ਆਪਾਂ ਨੂੰ ਬਹੁਤ ਇਹਨੂੰ ਸਪਰੈਡ ਕਰਨਾ ਪੈਣਾ ਆ ਬਿਯੋਂਡ ਸਰੀ ਜਿੱਥੇ ਜਾਣਦੇ ਆ ਸਟੋਰੀ ਨੂੰ ਸਾਰੀ ਪ੍ਰੋਵਿੰਸ ਨੂੰ ਹੋਣਾ ਚਾਹੀਦਾ ਇਹ ਹੁਣ ਆਪਣੀ ਹੈਗੀ ਰਿਸਪੌਂਸਿਬਿਲਿਟੀ ਜਿਹੜੀ ਹੁਣ ਗਵਰਨਮੈਂਟ ਹੈ ਆਪਣੀ ਪ੍ਰੋਵਿੰਸ਼ੀਅਲ ਗਵਰਨਮੈਂਟ ਇਹਨਾਂ ਦੇ ਸਿਰ ਤੇ ਆਉਂਦੀ ਹੈ ਇਹਨੂੰ ਰੈਕਗਨਾਈਜ਼ ਹੋ ਗਈ ਟੀਚਰਾਂ ਨੇ ਰੈਕਗਨਾਈਜ਼ ਕਰਤਾ ਕਰਿਕੂਲਮ ਲਿਖ ਹਟਿਆ ਬਟ ਇਹਨੂੰ ਸਪਰੈਡ ਕਰਨ ਲਈ ਇਹਨੂੰ ਦੱਸਣ ਲਈ ਸਾਰੀ ਪ੍ਰੋਵਿੰਸ ਵਾਈਡ ਇਹ ਹੁਣ ਆਪਣਾ ਇਹ ਥੋੜ੍ਹਾ ਜਿਹਾ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਕੰਮ ਰਿਹਾ ਆ ਇਹਨੂੰ 2-3 ਸਾਲ ਹੋ ਗਏ ਇਹ ਇੱਥੇ ਸਲੋ ਡਾਊਨ ਹੋਇਆ ਹੋਇਆ ਇਸ ਚੀਜ਼ ਤੇ ਇਹਨਾਂ ਨੂੰ ਕਰਨਾ ਪੈਣਾ ਸੋ ਇੱਥੇ ਥੋੜ੍ਹਾ ਜਿਹਾ ਸਾਡਾ ਰੁਕਿਆ ਕੰਮ ਪ੍ਰੋਵਿੰਸ਼ਲੀ ਫੈਡਰਲੀ ਸਾਨੂੰ ਸਪੋਰਟ ਇਸ ਵੇਲੇ ਹੈਗੀ ਆ ਉਹਨਾਂ ਨੇ ਸਾਨੂੰ ਹੁਣ ਇਹ ਕਿਹਾ ਆ ਤੁਸੀਂ ਕਿਤਾਬ ਲਿਖੀ ਹੋਆ ਬਟ ਇਹ ਸੋਚਣਾ ਪੈਣਾ ਇਹ ਗਾਂ ਆਪਾਂ ਕਿੱਦਾਂ ਕਨੈਕਸ਼ਨ ਬਣਾਈਏ ਇਕੱਲੇ ਨਿਆਣਿਆਂ ਦੀ ਨਾਲ ਨਹੀਂ ਸਾਰੀ ਸੋਸਾਇਟੀ ਨੂੰ ਇਸ ਵੇਲੇ ਲਾਸਟ 2-3 ਈਅਰਸ ਤੁਹਾਨੂੰ ਪਤਾ ਹੀ ਹੈ ਆਪਣੇ ਰੇਸਿਜ਼ਮ ਕਿੰਨੀ ਐਲੀਵੇਟ ਹੋਈ ਹੋਆ ਪ੍ਰੋਬਲਮਸ ਹੋਈਆਂ ਆ ਇਹ ਰੇਸਿਜ਼ਮ ਆਪਾਂ ਇਹੀ ਕੰਬੈਟ ਕਰ ਸਕਦੇ ਹਾਂ ਜੇ ਆਪਾਂ ਐਜੂਕੇਟ ਕਰੀਏ ਲੋਕਾਂ ਨੂੰ ਆਪਾਂ ਨੂੰ ਮੇਨ ਸਟ੍ਰੀਮ ਨੂੰ ਦਿਖਾ ਲੈਣਾ ਪੈਣਾ ਸਾਡੀਆਂ ਜਿਹੜੀਆਂ ਕੀਮਤਾਂ ਆ ਉਹਨਾਂ ਵਗ ਗਈਆਂ ਸੇਮ ਆ ਜਿਹੜੀਆਂ ਕੁਰਬਾਨੀਆਂ ਆ ਸੈਕਰੀਫਾਈਸਿਸ ਆ ਸਾਡੀਆਂ ਉਨੇ ਹੀ ਅਸੀਂ ਕੀਤੇ ਜਿੰਨਾ ਇਹਨਾਂ ਨੇ ਕੀਤਾ ਆਪਣੇ ਡੈਮੋਕ੍ਰੇਸੀਜ਼ ਫਰੀडम्स ਲਈ ਇਹ ਫੈਡਰਲ ਗਵਰਨਮੈਂਟ ਨੇ ਸਮਝ ਲਈ ਇਹਨਾਂ ਨੇ ਗੱਲ ਸੋ ਉਹ ਹੁਣ ਕਹਿੰਦੇ ਇਹ ਜਿਹੜੀ ਕਹਾਣੀ ਤੁਸੀਂ ਹੁਣ ਐਗਜ਼ਿਬਿਟ ਵਿੱਚ ਲਿਖੀ ਹੋਆ ਜਿਹੜੀ ਸਕੂਲ ਵਿੱਚ ਬਣਾਈ ਹੋਆ ਬੁੱਕ ਇਹਨੂੰ ਹੁਣ ਵੀਡੀਓ ਵਿੱਚ ਆਪਾਂ ਮੇਨ ਸਟ੍ਰੀਮ ਨੂੰ ਸਾਰਿਆਂ ਨੂੰ ਦਿਖਾਉਣੀ ਚਾਹੀਦੀ ਹੈ ਸੋ ਹੁਣ ਅਸੀਂ ਇਸ ਵੇਲੇ ਦਿਸ ਈਅਰ ਫਿਲਮ ਬਣਾਉਂਦੇ ਆ ਵੀਡੀਓ ਬਣਾ ਹਟੇ ਲਾਸਟ ਸਿੱਖ ਹੈਰੀਟੇਜ ਮੰਥ ਵਿੱਚ 5 ਵੀਡੀਓ ਰਿਲੀਜ਼ ਕੀਤੇ ਆ ਹੁਣ ਇੱਕ ਹੋਰ ਅਸੀਂ ਰਿਮੈਂਬਰੈਂਸ ਡੇ ਲਈ ਰਿਲੀਜ਼ ਕੀਤਾ ਹੈ ਬਟ ਨੈਕਸਟ April ਤੇ ਸਿੱਖ ਹੈਰੀਟੇਜ ਮੰਥ ਤੇ ਅਸੀਂ ਚਾਹੁੰਦੇ ਆ ਸਾਡੀ ਸ਼ਾਰਟ ਫਿਲਮ ਜਿਹੜੀ ਹੁਣ ਅਸੀਂ ਫਿਲਮ ਕੀਤੀ ਆ ਇਹਨੂੰ ਰਿਲੀਜ਼ ਹੋ ਜਾਏ ਅਸੀਂ ਕੀਤੀ ਹੈ ਬਟ ਅਜੇ ਕੰਪਲੀਟ ਨਹੀਂ ਹੈ ਦੂਸਰਾ ਪਾਰਟ ਕਰਨ ਵਾਲਾ ਹੈ ਜਿਹੜੀ ਜੰਗ ਦੀ ਸੀਨ ਸੀਗੀਆਂ ਅਸੀਂ ਖਲੋਨਾ ਨਾਲੇ ਲੈਂਗਲੀ ਵਿੱਚ ਉਹ ਹੁਣ ਫਿਲਮ ਕਰ ਲਈਆਂ ਬਾਕੀ ਹੁਣ ਜਿਹੜੀ ਸਟੋਰੀ ਉਹ ਸਾਡੇ ਬਜੋਗ ਦੀ ਵੈਟਰਨ ਦੀ ਜਦੋਂ ਲੀਜਨ ਨੂੰ ਜਾਣਾ ਹੈ ਉਹੀ ਬੁੱਕ ਜਿਹੜੀ ਸਟੋਰੀ ਸਾਡੀ ਬੁੱਕ ਵਿੱਚ ਉਹਨੂੰ ਅਡੈਪਟ ਕੀਤੀ ਹੋਆ ਉਹ ਅਜੇ ਅਸੀਂ ਫਿਲਮ ਕਰਨੀ ਉਹ ਅਸੀਂ ਹੁਣ ਦੇਖਦੇ ਨਵੇਂ ਸਾਲ ਵਿੱਚ ਜਦੋਂ ਕੋਵਿਡ ਥੋੜ੍ਹਾ ਜਿਹਾ ਅੰਡਰ ਕੰਟਰੋਲ ਹੋਊਗਾ ਫਿਰ ਆਪਾਂ ਦੇਖਦੇ ਇਹਨੂੰ ਰਿਲੀਜ਼ ਕਰਾਂਗੇ ਉਹ ਰਿਲੀਜ਼ ਇਟ ਪਬਲਿਕਲੀ ਅਸੀਂ ਨੋਨ ਪ੍ਰੋਫਿਟ ਜਾਂ ਨੋਨ ਕਮਰਸ਼ੀਅਲ ਲਈ ਟਿਕਟ ਨਹੀਂ ਵੇਚਣੇ ਇਹਨੂੰ ਫ੍ਰੀਲੀ ਡਿਸਟਰੀਬਿਊਟ ਕਰਨੀ ਇਹ ਫਿਲਮ ਸਕੂਲਸ ਨੂੰ ਦੇਣੀ ਆ ਆਪਾਂ ਟਾਊਨ ਹਾਲਸ ਨੂੰ ਵੀ ਆਪਾਂ ਦੇਵਾਂਗੇ ਸਿਟੀ ਹਾਲਸ ਜਿਹਨੂੰ ਵੀ ਚਾਹੀਦੀ ਹੈ ਇਹ ਫਿਲਮ ਉਹ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਤੇ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋਗੇ ਜਿਹੜੀ ਨੋਨ ਪ੍ਰੋਫਿਟ ਆ ਜਾਂ ਤੁਸੀਂ ਸਾਰਾ ਇਹ ਕਰ ਰਹੇ ਆ ਇਹਦੇ ਲਈ ਕੌਣ ਸਾਰੀ ਸਹਾਇਤਾ ਦੇ ਰਿਹਾ ਏਡ ਕੌਣ ਦੇ ਰਿਹਾ ਤੇ ਇਹ ਫਿਲਮ ਨੂੰ ਕਿਹਨੇ ਡਾਇਰੈਕਟ ਕੀਤਾ ਜਾਂ ਇਹਦੇ ਬਾਰੇ ਥੋੜ੍ਹੀ ਜਿਹੀ ਨਾਂ ਕੀ ਹੈ ਫਿਲਮ ਦਾ ਸੋ ਜਿਹੜੀ ਹੁਣ ਫਿਲਮ ਸ਼ੁਰੂ ਕੀਤੀ ਇਹਦਾ ਨਾਮ ਪ੍ਰੋਮਿਸਿਸ ਆ
ਇਹ ਫਿਲਮ ਹੈਗੀ ਐਡੈਪਟੇਸ਼ਨ ਜਿਹੜੀ ਅਸੀਂ ਕਹਾਣੀ ਬੁੱਕ ਵਿੱਚ ਟੈਕਸਟ ਜਿਹੜੀ ਬੁੱਕ ਅਸੀਂ ਰਿਲੀਜ਼ ਕੀਤੀ ਸੀ ਲਾਸਟ ਈਅਰ ਉਹਨੂੰ ਅਡੈਪਟ ਕੀਤਾ ਆ ਸੋ ਇਹਦੇ ਆਥਰ ਮੈਂ ਆ ਜਿਨ੍ਹਾਂ ਨੇ ਇਹਨੂੰ ਮੈਂ ਡਾਇਰੈਕਟ ਵੀ ਪ੍ਰੋਡਿਊਸ ਵੀ ਮੈਂ ਕੀਤੀ ਹੈ ਨਾਲੇ ਮੈਂ ਡਾਇਰੈਕਟ ਵੀ ਕੀਤੀ ਹੈ ਫਿਰ ਸਾਡੀ ਕਹਾਣੀ ਆ ਸੋ ਇਹਨੂੰ ਐਨੀ ਚੈਲੰਜ ਜਿਹੜਾ ਹੁੰਦਾ ਫਿਲਮ ਵਿੱਚ difficulty is mainly is money budget always filmmaking is very expensive so ਇਹਨੂੰ ਜਿਹੜੀ ਫੈਡਰਲ ਸਾਡੀ ਗ੍ਰਾਂਟ ਆ ਉਹਨਾਂ ਅਸੀਂ also ਆਪਣੀ ਕਮਿਊਨਿਟੀ ਤੋਂ ਹੈਲਪ ਲਈ ਹੋਆ ਹੁਣ ਜਿੱਦਾਂ ਅਸੀਂ ਕਲੋਨਾ ਗਏ ਉੱਥੇ ਫਿਲਮ ਕੀਤੀ ਆ ਔਨ ਲੋਕੇਸ਼ਨ ਉੱਥੇ ਜਿਹੜੀ ਆਪਣੀ ਲੋਕਲ ਕਮਿਊਨਿਟੀ ਨੇ ਸਾਨੂੰ ਮਦਦ ਕੀਤੀ ਉਹਨਾਂ ਨੇ ਸਾਡਾ ਕੇਟਰਿੰਗ ਸਪਾਂਸਰ ਕੀਤੀ ਜਿਹੜੇ ਸਾਨੂੰ ਟੈਂਟਸ ਚਾਹੀਦੇ ਆ ਲੋਕੇਸ਼ਨ ਲਈ ਚਾਹੀਦੇ ਇੱਦਾਂ ਉਹਨਾਂ ਨੇ ਡੋਨੇਸ਼ਨਸ ਕੰਟਰੀਬਿਊਟ ਕਰਕੇ ਸਾਰੀ ਆਪਾਂ ਕਮਿਊਨਿਟੀ ਇਕੱਠੀ ਕੀਤੀ ਹੈ ਇੱਥੇ ਹੁਣ ਜਦੋਂ ਲੈਂਗਲੀ ਵਿੱਚ ਅਸੀਂ ਪਿਛਲੀ ਵੀਕ ਸ਼ੂਟਿੰਗ ਕੀਤੀ ਹੈ other community organizations ਜਿੱਦਾਂ kids play ਆ ਉਹ youth organizations ਉਹਨੇ ਸਾਰੇ volunteer ਸਾਨੂੰ ਦਿੱਤੇ ਆ ਬਾਕੀ community ਵਿੱਚੋਂ sponsor ਉਹਨਾਂ ਨੇ ਜਿਹੜੀ ਸਾਰੀ catering ਸੀ ਉਹਨਾਂ ਨੇ ਕੀਤੀ ਹੈ ਸਾਰਿਆਂ ਨੇ ਇਕੱਠੇ ਹੋ ਕੇ ਇੱਦਾਂ ਕੀਤਾ ਜਦੋਂ ਅਸੀਂ ਬੁੱਕ ਰਿਲੀਜ਼ ਕੀਤੀ ਸੀਗੀ ਉਸ ਵੇਲੇ ਜਿਹੜੀ community ਤੋਂ ਆਪਣੇ 2-3 ਗੁਰਦੁਆਰੇ ਵੀ ਸਾਨੂੰ ਬੈਕਿੰਗ ਦਿੱਤੀ ਸੀਗੀ ਇਹ ਕੰਮ ਹੈਗਾ ਇਹ ਕਹਾਣੀ ਹੈਗੀ community ਦੀ ਇਹ ਕੰਮ ਹੈਗਾ community ਦਾ ਇਹਦਾ ਮਤਲਬ ਇਹ community ਨੂੰ ਸਾਨੂੰ ਮਦਦ ਦੇਣੀ ਚਾਹੀਦੀ ਆ ਇਹ ਹੈਗਾ ਸਾਰਿਆਂ ਦਾ ਕੰਮ ਹੈ ਅਸਟੀਵ ਸਾਨੂੰ ਦੱਸੋ ਕਿ ਜਿਹੜੀ ਇਹ ਹਿਸਟਰੀ ਆ ਜਿੱਦਾਂ ਤੁਸੀਂ ਕਹਿੰਦੇ ਹੋ ਤੁਹਾਡੇ ਕਹਿਣ ਅਨੁਸਾਰ ਕਿ ਸਾਡੀ ਟਰੂ ਹਿਸਟਰੀ ਸਾਡੇ ਤੱਕ ਨਹੀਂ ਪਹੁੰਚੀ ਜਾਂ ਕੈਨੇਡੀਅਨ ਜਿਹੜਾ ਸਿਸਟਮ ਆ ਸਕੂਲ ਸਿਸਟਮ ਆ ਉਹਦੇ ਕਰਿਕੂਲਮ ਦਾ ਪਾਰਟ ਨਹੀਂ ਆ ਜਾਂ ਇਹ ਟਰੂ ਹਿਸਟਰੀ ਨਹੀਂ ਆ ਜਿਹੜੀ ਸਾਨੂੰ ਦੱਸੀ ਜਾ ਰਹੀ ਕਿਤੇ ਨਾ ਕਿਤੇ ਗੈਪ ਆ ਆਮ ਬੰਦਾ ਵੀ ਜਿਹੜਾ ਸੋਚਦਾ ਇੱਕ ਉਹ ਸਾਡਾ ਯੋਗਦਾਨ ਇੱਥੋਂ ਸ਼ੁਰੂ ਕਰਦਾ ਵੀ 100 ਸਾਲ ਪਹਿਲਾਂ ਕਾਮਾਗਾਟਾ ਮਾਰੂ ਜਹਾਜ਼ ਆਇਆ ਸੀ ਉਹਦੇ ਤੋਂ ਬਾਅਦ ਉਹਦੇ ਤੋਂ ਪਿੱਛੇ ਜਿਹੜਾ ਇੱਕ ਲੰਬਾ ਗੈਪ ਆ ਜਿਹਨੂੰ ਤੁਸੀਂ ਕਨੈਕਟ ਕਰ ਰਹੇ ਹੋ ਇਹ ਸਾਡੇ ਤੱਕ ਪਹੁੰਚਿਆ ਨਹੀਂ ਇਹਦਾ ਕਾਰਨ ਕੀ ਸੀ ਸਾਨੂੰ ਕਿਉਂ ਨਹੀਂ ਪਤਾ ਇਹ ਸਾਰਾ ਕੁਝ ਜਿਹੜੇ ਅਸੀਂ ਦੋ ਐਕਟਰਸ ਨਾਲ ਗੱਲ ਕੀਤੀ ਹੈ ਸੁਖੀ ਸ਼ੰਕਰ ਦੇ ਨਾਲ ਗੱਲ ਕੀਤੀ ਹੈ ਅਸੀਂ ਮੈਣੀ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਸਾਨੂੰ ਵੀ ਨਹੀਂ ਸੀ ਪਤਾ ਇਹ ਬੁੱਕ ਤੋਂ ਪਹਿਲਾਂ ਰੀਜ਼ਨ ਕੀ ਸੀ ਇਹਦਾ ਹੁਣ ਸਾਰੀ ਜਿਹੜੀ ਆਪਣੀ ਇਤਿਹਾਸ ਆ ਜਿਹੜੀ ਅਸਲੀ ਆ 1857 ਤੋਂ ਬਾਅਦ ਬ੍ਰਿਟਿਸ਼ ਐਮਪਾਇਰ ਦੇ ਜਦੋਂ ਉਹਨਾਂ ਨੇ ਫੌਜ ਵਿੱਚ ਇਨਲਿਸਟ ਕਰਨ ਲੱਗ ਪਏ ਪੰਜਾਬੀ ਉਹਦੇ ਰੈਕੋਰਡ ਹੈਗੇ ਬ੍ਰਿਟਿਸ਼ ਉਹ ਬ੍ਰਿਟਿਸ਼ ਰੈਕੋਰਡਸ ਦੇ ਉਹਨਾਂ ਦੀ ਫੌਜ ਸੀਗੀ ਉਹਨਾਂ ਦੀਆਂ ਆਬਾਦੀਆਂ ਆਪਾਂ ਪਾਈਆਂ ਸੀਗੀਆਂ ਉਹਨਾਂ ਦੀਆਂ ਜੰਗਾਂ ਅਸੀਂ ਲੜੀਆਂ ਇਹ ਹੈਗੀ ਬ੍ਰਿਟਿਸ਼ ਹਿਸਟਰੀ ਇਹਦਾ ਮਤਲਬ ਇਹ ਆ ਜਿਹੜਾ ਇਹਨਾਂ ਦਾ ਰੈਕੋਰਡ ਆ ਇਜ਼ ਇਨ ਬ੍ਰਿਟਿਸ਼ ਹਿਸਟਰੀ ਬੁੱਕਸ ਜਿਹੜਾ ਰਿਪਬਲਿਕ ਆਫ ਇੰਡੀਆ ਆ ਇਹ ਉਹ ਹਿਸਟਰੀ ਜਿਹੜੀ ਬ੍ਰਿਟਿਸ਼ ਰਾਜ ਦੀ ਉਸ ਵੇਲੇ ਸੀਗੀ ਉਹਨੂੰ ਮੰਨਦੇ ਨਹੀਂ ਸੋ ਉਹਦੀ ਜ਼ਿੰਮੇਵਾਰੀ ਰੀਅਲੀ ਬ੍ਰਿਟਨ ਹੈਗੀ ਬ੍ਰਿਟਿਸ਼ ਸਾਈਡ ਦੀ ਜ਼ਿੰਮੇਵਾਰੀ ਸੀਗੀ ਬਟ ਜਿਹੜੀ ਰਿਪਬਲਿਕ ਆਫ ਇੰਡੀਆ ਸੀਗੀ ਉਹਨਾਂ ਨੇ ਇਹ ਕੰਸੀਡਰ ਕੀਤੀ ਇਹ ਸਾਨੂੰ ਇਹ ਚਾਹੀਦੀ ਨਹੀਂ ਹਿਸਟਰੀ ਉਹਨੂੰ ਕਵਰ ਅਪ ਕਰਤਾ ਉਹਨਾਂ ਨੇ ਮਿਟਾਤੀ ਸੋ ਉਹ ਉਸ ਪਾਸੇ ਆਪਾਂ ਨੂੰ ਤਾਂ ਨਹੀਂ ਪਤਾ ਜਿਹੜੇ ਹੁਣ ਪੜ੍ਹੇ ਲਿਖੇ ਹੋਏ ਇੰਡੀਆ ਤੋਂ ਆਉਂਦੇ ਆ ਉਹਨਾਂ ਨੇ ਜਿਹੜੀ ਬ੍ਰਿਟਿਸ਼ ਹਿਸਟਰੀ ਆ ਜਿਹੜੀ ਸੀਗੀ ਪੰਜਾਬ ਦੀ ਉਹ ਉਹਨਾਂ ਨੇ ਮਿਟਾਈ ਹੋਆ ਕੋਈ ਜ਼ਿਆਦਾ ਉਹਦਾ ਦੱਸਦੇ ਨਹੀਂ ਜਿਹੜੀ ਆਪਾਂ ਹੁਣ ਇੱਥੇ ਇਹਨਾਂ ਦੇ ਮੁਲਕਾਂ ਵਿੱਚ ਰਹਿੰਦੇ ਇੰਗਲੈਂਡ ਕੈਨੇਡਾ ਗੋਰਿਆਂ ਦੇ ਮੁਲਕਾਂ ਵਿੱਚ ਰਹਿੰਦੇ ਜਿਹੜੀ ਬ੍ਰਿਟਿਸ਼ ਐਮਪਾਇਰ ਦੇ ਮੁਲਕ ਸੀਗੇ ਉਹਨਾਂ ਕੋਲ ਰੈਕੋਰਡ ਹੈਗਾ ਆ ਬਟ ਉਹ ਦਿਖਾਉਂਦੇ ਨਹੀਂ ਉਹ ਭਾਵੇਂ ਉਹਨੂੰ ਕਿ ਮਿਟਾਈ ਹੋਈ ਉਹਨਾਂ ਨੇ ਮਿਟਾਈ ਹੋਈ ਹੈਗੀ ਆ ਉਦੋਂ ਉਸ ਵੇਲੇ ਲਿਖੀ ਸੀਗੀ ਬਟ ਗਾਂ ਉਹਨਾਂ ਨੇ ਮਿਟਾ ਵੀ ਦਿੱਤੀ ਉਹਨਾਂ ਦੇ ਹਿਸਾਬ ਦੇ ਨਾਲ ਜੇ ਆਪਣੀ ਪੂਰੀ ਹਿਸਟਰੀ ਦਿਖਾ ਲੈਣ ਫਿਰ ਸਾਡਾ ਜਿਹੜਾ ਹਿੱਸਾ ਕੈਨੇਡਾ ਵਿੱਚ ਆ ਹਿੱਸਾ ਜਿਹੜੇ ਇੰਗਲੈਂਡ ਵਿੱਚ ਆ ਉਹ ਇਨਕਰੀਸ ਹੁੰਦਾ ਉਹ ਚਾਹੁੰਦੇ ਨਹੀਂ ਇਹਦੇ ਦਾ ਮਤਲਬ ਹੈ ਕਿ ਵਾਈਟ ਸੁਪਰੀਮੇਸੀ ਇਹਦਾ ਮਤਲਬ ਹੈਗਾ ਅਸੀਂ ਟੌਪ 'ਤੇ ਰਹਾਂ ਜਿਹੜੇ ਇਮੀਗ੍ਰੈਂਟ ਉਹ ਥੱਲੇ ਸਾਡੇ ਰਹਿਣ ਉਹ ਜੇ ਉਹ ਪੂਰੀ ਹਿਸਟਰੀ ਦੱਸਣ ਸਾਡੇ ਕੰਟਰੀਬਿਊਸ਼ਨ ਕਿੰਨੀਆਂ ਕੁਰਬਾਨੀਆਂ ਅਸੀਂ ਕੀਤੀਆਂ ਕਿੰਨਾ ਸੀਗਾ ਇਹ ਕੰਟਰੀਬਿਊਸ਼ਨਸ ਐਸ ਐਮਪਾਇਰ ਲਈ ਐਸ ਕੰਟਰੀ ਲਈ ਇਹਨੂੰ ਕਹਿੰਦੇ ਨੇਸ਼ਨ ਬਿਲਡਿੰਗ ਜੇ ਇਹ ਦੱਸਣ ਪੂਰੀ ਦੱਸਣ ਫਿਰ ਜਿਹੜਾ ਇਕੁਏਸ਼ਨ ਹੈ ਸਾਡਾ ਟ੍ਰੀਟਮੈਂਟ ਡਿਫਰੈਂਟ ਹੋਣਾ ਚਾਹੀਦਾ ਹੁਣ ਜਿਹੜੀ ਟ੍ਰੀਟਮੈਂਟ ਉਦੋਂ ਹੋਈ ਹੈ ਕੋਮਾਗਾਟਾ ਮੰਗਲੂ ਦੀ ਉਹ ਬੈਡ ਟ੍ਰੀਟਮੈਂਟ ਤਾਂ ਹੀ ਹੋਈ ਹੈ ਕਦੇ ਉਸ ਵੇਲੇ ਉਹਨਾਂ ਨੇ ਟਰੂ ਜਿਹੜੀ ਹਿਸਟਰੀ ਪੂਰੀ ਇਤਿਹਾਸ ਉਹਨਾਂ ਨੇ ਦੱਸੀ ਨਹੀਂ ਲੋਕਾਂ ਨੂੰ ਜੇ ਉਸ ਵੇਲੇ ਲੋਕਾਂ ਨੂੰ ਪਤਾ ਹੁੰਦਾ ਇਹ ਕੌਣ ਬੰਦੇ ਆ ਕੌਣ ਕੋਮਾਗਾਟਾ ਮੰਗਲੂ 'ਤੇ ਆਉਂਦੇ ਇਹ ਹੈਗੇ ਸਰਕਾਰ ਦੇ ਫੌਜ ਆ ਇਹਨਾਂ ਨੇ ਜਿਹੜੇ ਮੈਡਲ ਕੁਈਨ ਵਿਕਟੋਰੀਆ ਦੇ ਪਾਏ ਹੋ ਆ ਜੇ ਉਸ ਵੇਲੇ ਦੱਸਦੇ ਕੈਨੇਡੀਅਨ ਨੂੰ
ਉਹਨਾਂ ਦੀ ਕੈਨੇਡੀਅਨ ਦੀ ਰਿਐਕਸ਼ਨ ਡਿਫਰੈਂਟ ਹੋਣੀ ਸੀਗੀ। ਉਹਨਾਂ ਨੇ ਇਹ ਨਹੀਂ ਕਹਿਣਾ ਸੀ ਕੱਢੋ ਕੱਢੋ, ਉਹਨਾਂ ਨੇ ਕਹਿਣਾ ਸੀ ਤੁਸੀਂ ਆਓ, ਤੁਸੀਂ ਸਾਡੇ ਨਾਲ ਦੇ, ਜਿਹੜਾ ਝੰਡਾ ਤੁਹਾਡਾ ਆ ਰਾਈਟ, ਇਹ ਜਿਹੜਾ ਝੰਡਾ ਕੈਨੇਡਾ ਦਾ ਸੀਗਾ, ਨਾਲੇ ਇੰਡੀਆ ਦਾ ਸੀਗਾ, ਨਾਲੇ ਇੰਗਲੈਂਡ ਦਾ ਸੀਗਾ, ਇੱਕੋ ਹੀ ਸੀਗਾ ਉਸ ਵੇਲੇ, ਸਰਕਾਰ ਇੱਕੋ ਹੀ ਸੀਗਾ। ਤੁਸੀਂ ਇਹ ਆਪਾਂ ਨੂੰ ਇਹ ਸਮਝ ਆਉਣੀ ਚਾਹੀਦੀ ਹੈ 1947 ਤੱਕ ਇੱਥੇ ਕੋਈ ਚੀਜ਼ ਨਹੀਂ ਸੀਗੀ ਜਿਹੜੀ ਕੈਨੇਡੀਅਨ ਸਿਟੀਜ਼ਨਸ਼ਿਪ, ਸਾਰੇ ਬ੍ਰਿਟਿਸ਼ ਸੀਗੇ, ਆਪਾਂ ਵੀ ਬ੍ਰਿਟਿਸ਼ ਸੀਗੇ, ਇੰਡੀਆ ਵੀ ਬ੍ਰਿਟਿਸ਼ ਸੀਗੀ, ਕੈਨੇਡਾ ਵੀ ਬ੍ਰਿਟਿਸ਼ ਸੀਗੇ। ਸੋ ਉਹਦਾ ਮਤਲਬ ਇਹ ਜਦੋਂ ਇੱਥੇ ਬੰਦੇ ਪਹਿਲਾਂ ਆਉਣ ਲੱਗ ਪਏ ਕੋਮਾਗਾਟਮਰੂ ਤੋਂ ਪਹਿਲਾਂ, ਉਹ ਆਪਣੇ ਆਪ ਸਮਝਦੇ ਸੀਗੇ ਅਸੀਂ ਸਾਡੀ ਜਗ੍ਹਾ ਆ ਐਮਪਾਇਰ ਦੀ। ਉਹ ਪ੍ਰੋਬਲਮ ਹੈ ਉਹ ਗੋਰਿਆਂ ਨੂੰ ਇਹ ਪਸੰਦ ਨਹੀਂ ਆਇਆ। ਕਦੇ ਦੂਜੇ ਜਿੱਥੇ ਹੋਰ ਜਗ੍ਹਾ ਐਮਪਾਇਰ ਦੇ ਵਿੱਚ, ਜੇ ਏਸ਼ੀਆ, ਚਾਈਨਾ ਵਿੱਚ, ਹਾਂਗਕਾਂਗ, ਸਿੰਗਾਪੁਰ ਵਿੱਚ ਅਸੀਂ ਬਹੁਤ ਰੋਬ ਨਾਲ ਰਹਿੰਦੇ ਸੀਗੇ। ਪੁਲਿਸ ਫੋਰਸ ਸਾਡੀ ਸੀਗੀ, ਜਿਹੜੀ ਮਿਲਟਰੀ ਸਾਡੀ ਸੀ, ਜਿੱਥੇ ਵੀ ਇਹਨਾਂ ਦਾ ਗੋਰਿਆਂ ਦਾ ਝੰਡਾ ਸੀਗਾ, ਆਪਣੇ ਪੰਜਾਬੀ ਸਾਰੇ ਪਾਸੇ ਸੀਗੇ, ਗੁੱਡ ਜੌਬਸ ਉਹਨਾਂ ਕੋਲ ਸੀਗੇ, ਰਿਮਿਟੈਂਸਿਸ ਇੰਡੀਆ ਨੂੰ ਭੇਜਦੇ ਹੁੰਦੇ ਸੀਗੇ, ਵੈਰੀ ਵੈਰੀ ਗੁੱਡ ਸਿਕਿਉਰ ਕੈਰੀਅਰ ਸੀਗੇ ਮਿਲਟਰੀ ਵਿੱਚ। ਉਹਨਾਂ ਦੀ ਜਿਹੜੀ ਐਸਟੈਬਲਿਸ਼ਮੈਂਟ ਵੈਰੀ ਹਾਈ ਸੀਗੀ। ਗੋਰਿਆਂ ਨੇ ਇਹ ਦੇਖਿਆ ਜੇ ਇੱਥੇ ਇੱਦਾਂ ਸੈਟਅਪ ਹੋਣ, ਪਹਿਲੀ ਗੱਲ ਇਹ ਪੁਲਿਸ ਵਿੱਚ ਨਹੀਂ ਇੱਥੇ ਹੋਣਾ ਚਾਹੀਦਾ, ਉਹਨਾਂ ਨੇ ਨਹੀਂ ਕਰਨ ਦਿੱਤਾ। ਫਿਰ ਵੋਟ ਆਪਣੀ ਰਿਮੂਵ ਕੀਤੀ ਆ, ਨਾਲੇ ਇਹਨਾਂ ਨੂੰ ਲੈਂਡ ਨਹੀਂ ਸਾਨੂੰ ਇਹਨੂੰ ਕਹਿੰਦੇ ਸੀ ਹੋਮ ਸਟੇਡਿੰਗ ਐਕਟ, ਉਹ ਹੀ ਇਹਨਾਂ ਨੇ ਬੈਨ ਕੀਤਾ। ਇਹ ਸਾਰਾ ਕੁਛ ਇਹਨਾਂ ਨੇ ਬੈਨ ਕੀਤਾ। ਕਦੇ ਇਹਨਾਂ ਨੂੰ ਪਤਾ ਸੀਗਾ ਸਾਡੀ ਕਮਿਊਨਿਟੀ ਇੰਨੀ ਐਸਟੈਬਲਿਸ਼ਡ ਐਮਪਾਇਰ ਵਿੱਚ, ਇਹਨਾਂ ਨੇ ਇੱਥੇ ਵੀ ਹੋ ਜਾਣਾ। ਉਹਨਾਂ ਨੇ ਪਿੱਛੇ ਕਰਨ ਲਈ ਸਾਰਾ ਡਿਸਕ੍ਰਿਮੀਨੇਸ਼ਨ ਕੀਤੀ ਹੈ। ਉਹ ਡਿਸਕ੍ਰਿਮੀਨੇਸ਼ਨ ਹੋਣ ਲਈ ਉਹ ਹਿਸਟਰੀ ਮਿਟਾਉਣੀ ਪਈ ਉਹਨਾਂ ਨੂੰ। ਜੇ ਹਿਸਟਰੀ ਨਾ ਮਿਟਾਈ ਹੁੰਦੀ ਫਿਰ ਡਿਸਕ੍ਰਿਮੀਨੇਸ਼ਨ ਇੰਨਾ ਈਜ਼ੀ ਨਹੀਂ ਹੁੰਦਾ, ਲੋਕਾਂ ਨੂੰ ਪਤਾ ਹੁੰਦਾ। ਫਿਰ ਉਹਨਾਂ ਨੇ ਇੱਦਾਂ ਬਣਾਈ ਇਹ ਕਮਿਊਨਿਟੀ ਹੈਗੀ ਰੈਫਿਊਜੀ ਕੋਮਾਗਾਟਮਰੂ ਤੇ ਆਏ ਹੋਏ, ਇਹ ਭੁੱਖੇ ਡਰੇ ਲੋਕੀ ਆਉਂਦੇ ਇੱਥੇ। ਉਹਨਾਂ ਨੇ ਇੱਦਾਂ ਦੱਸੀ ਹੈ ਸਟੋਰੀ, ਉਹ ਕਾਹਤੇ ਆਪਾਂ ਕਰੈਕਟ ਨਹੀਂ ਕੀਤਾ, ਉਹ ਹੀ ਨੈਗੇਟਿਵ ਸਟੋਰੀ ਆਪਣਾ ਨੂੰ ਹੁਣ ਇੱਥੇ ਤੱਕ ਫੋਲੋ ਕੀਤੀ ਹੋਆ। ਹੁਣ ਜਦੋਂ 2016 ਵਿੱਚ ਕੋਮਾਗਾਟਮਰੂ ਦੀ ਅਪੋਲੋਜੀ ਹੋਈ ਆਟੋਵਾ ਵਿੱਚ, ਉਹਨਾਂ ਨੇ ਪੂਰੀ ਗੱਲ ਨਹੀਂ ਦੱਸੀ। ਇਹਨਾਂ ਨੇ ਕੱਲੀ ਸਿਰਫ ਰੇਸਿਜ਼ਮ ਤੇ ਸਿਰ ਤੇ ਆਊਟ ਰੱਖਿਆ। ਇੱਦਾਂ ਨਹੀਂ ਉਹਨਾਂ ਨੇ ਦੱਸਿਆ ਇਹ ਕੈਨੇਡੀਅਨ ਸਿਟੀਜ਼ਨ ਨਾਲੇ ਬ੍ਰਿਟਿਸ਼ ਸਿਟੀਜ਼ਨ ਇੱਕੋ ਹੀ ਸੀਗੇ, ਇਹਨਾਂ ਦੀ ਰਾਈਟ ਸੀਗਾ ਆਉਣ ਲਈ। ਇਹ ਗੱਲਾਂ ਇਹਨਾਂ ਨੇ ਅਜੇ ਤਾਈਂ ਵੀ ਨਹੀਂ ਕੀਤੀਆਂ। ਸੋ ਇਹ ਮਤਲਬ ਇਹ ਆਪਾਂ ਜਦੋਂ ਆਪਾਂ ਨੂੰ ਪਤਾ ਲੱਗੂਗਾ ਆਪਣੀ ਓਨ ਕਮਿਊਨਿਟੀ ਨੂੰ, ਆਪਾਂ ਆਪਣੀ ਓਨ ਰਾਈਟਸ ਲਈ ਰਿਸਟੋਰ ਕਰਨ ਲਈ, ਆਪਣੀ ਹਿਸਟਰੀ ਰਿਸਟੋਰ ਕਰਨ ਲਈ ਆਪਾਂ ਡਿਮਾਂਡ ਕਰ ਸਕਦੇ ਹਾਂ। ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਸਾਡੀ ਹਿਸਟਰੀ ਜਿਹੜੀ ਸੀਗੀ, ਇਹਦੇ 'ਚ ਅਸੀਂ ਕਿਹਨੂੰ ਕਹਿੰਦੇ ਹਾਂ? ਇੰਡੀਅਨਸ, ਜਾਂ ਉਸ ਵੇਲੇ ਬਹੁਤੇ ਜਿਹੜੀ ਸਿੱਖ ਰੈਜੀਮੈਂਟ ਸੀਗੀ, ਜਾਂ ਕੋਈ ਮੁਸਲਮਾਨ ਸੀਗੇ, ਜਾਂ ਹਿੰਦੂ ਸੀਗੇ, ਜਾਂ ਇਹ ਸਾਰੇ ਇਕੱਠੇ ਸੀ? ਕਿਹਦੀ ਗੱਲ ਕਰਦੇ ਹਾਂ ਆਪਾਂ? ਸੋ ਅਸੀਂ ਜਿਹੜੀ ਗੱਲ ਕਰਦੇ ਹਾਂ ਸਾਡੀ ਪ੍ਰੋਜੈਕਟ ਜਿਹੜੀ ਡਿਊਟੀ ਔਨਰ ਐਂਡ ਇੱਜ਼ਤ, ਇਹਨੂੰ ਮੰਨਦੇ ਅਸੀਂ ਪੰਜਾਬੀ ਹੈਰੀਟੇਜ ਕਰਦੇ ਹਾਂ। ਸੋ ਇਹਦੇ ਵਿੱਚ ਸਾਰਿਆਂ ਦੀ ਆਉਂਦੀ, ਮੁਸਲਮਾਨ, ਹਿੰਦੂ, ਸਿੱਖ, ਸਾਰਿਆਂ ਦੀ ਵਿੱਚ ਇਹਦੇ ਵਿੱਚ ਆਉਂਦੀ ਆ। ਜਿਹੜੀ ਮਿਲਟਰੀ ਹਿਸਟਰੀ ਆ, ਜਿਹੜੀ ਕੈਨੇਡੀਅਨ ਜਿਹੜਾ ਸਾਡਾ ਸਾਂਝਾ ਵਿਰਸਾ ਬਣਦਾ ਕੈਨੇਡਾ ਦੇ ਨਾਲ, ਉਹ ਹੈਗੀ ਮਿਲਟਰੀ ਹਿਸਟਰੀ। ਉਹ ਜਿਹੜੇ ਪਹਿਲਾਂ ਆਏ ਸੀਗੇ ਸਿੱਖ ਮਿਲਟਰੀ ਆਫਿਸਰ ਸੀਗੇ, ਵੈਟਰਨ ਸੀਗੇ। ਭਾਵੇਂ ਜਿਹੜੀ ਤੁਸੀਂ ਦੇਖ ਲਓ ਪਹਿਲੀ ਕਮੇਟੀ ਖਾਲਸਾ ਦੀਵਾਨ ਸੁਸਾਇਟੀ ਦੀ, ਪਹਿਲੇ ਗੁਰਦੁਆਰਾ ਦੀ, ਉਹ ਜਿਹੜੀ ਕਮੇਟੀ ਸੀਗੀ ਉਹ ਵੈਟਰਨ ਸੀਗੇ, ਉਹ ਸਿੱਖ ਵੈਟਰਨ ਸੀਗੇ ਆਰਮੀ ਦੇ। ਫਿਰ ਉਹ ਆਪਣੀ ਜਿਹੜੀ ਸਟੋਰੀ ਅਸੀਂ ਬਣਦੀ ਆ, ਕਦੇ ਮੈਜੋਰਿਟੀ ਜਿਹੜੇ ਪਹਿਲਾਂ ਇੱਥੇ ਆਏ ਪਾਇਨੀਅਰ ਉਹ ਸੀਗੇ ਸਿੱਖ। ਸੋ ਜਦੋਂ ਅਸੀਂ ਗੱਲ ਕਰਦੇ ਹਾਂ, ਅਸੀਂ ਐਕਸਪਲੇਨ ਕਰਦੇ ਹਾਂ ਇਹ ਜਿਹੜੀ ਹੈਰੀਟੇਜ, ਇਹ ਅਸੀਂ ਸੁਣਾਉਂਦੇ ਹਾਂ ਕਿ ਲਈ ਇੰਪੋਰਟੈਂਟ ਆ। ਜਿਹੜੀ ਪਹਿਲਾਂ ਕਮਿਊਨਿਟੀ ਆਈ ਸੀਗੀ ਉਹ ਸਿੱਖ ਆ, ਜਿਹੜੀ ਮੈਜੋਰਿਟੀ ਕਮਿਊਨਿਟੀ ਇੱਥੇ ਸੀਗੀ ਉਹ ਹੀ ਸਿੱਖ ਸੀਗੀ, ਜਿਹੜੀ ਮਿਲਟਰੀ ਸੀਗੀ ਉਹ ਹੀ ਸਿੱਖ ਸੀਗੀ। ਸੋ ਉਹਦਾ ਫੋਕਸ ਆ ਜਾਂਦਾ ਇੱਧਰ, ਪਰ ਹੈਗੀ ਸਾਰੀ ਪੰਜਾਬੀਆਂ ਦੀ ਸਟੋਰੀ। ਸੋ ਇੱਕ ਇੱਥੇ ਹੋਰ ਗੱਲ ਜਿਹੜੀ ਉੱਭਰ ਕੇ ਸਾਹਮਣੇ ਆਉਂਦੀ ਹੈ, ਜਿਵੇਂ ਸਟੀਵ ਪੁਰੇਵਾਲ ਹੁਣੀ ਸਾਨੂੰ ਦੱਸ ਰਹੇ ਆ ਕਿ ਇਹ 100 ਸਾਲ ਤੋਂ ਵੀ ਬਹੁਤ ਪਹਿਲਾਂ ਸਾਡਾ ਇੱਥੇ ਸਾਰਾ ਕੁਝ ਸੀਗਾ। ਔਰ ਅੱਜ ਜਿਹੜੀ ਗੱਲਬਾਤ ਚੱਲਦੀ ਹੈ, ਜਦੋਂ ਬਲਤੇਜ ਸਿੰਘ ਢਿੱਲੋਂ ਹੋਰਾਂ ਦੀ ਗੱਲ ਚੱਲਦੀ ਹੈ, ਜਾਂ ਉਹਨਾਂ ਦੀ ਦਸਤਾਰ ਦੀ ਗੱਲ ਚੱਲਦੀ ਹੈ RCMP ਦੀ, ਉਹ ਬਹੁਤ ਦੇਰ ਪਹਿਲਾਂ ਤੋਂ ਇੱਥੇ ਆਲਰੇਡੀ ਸਾਰਾ ਕੁਝ ਸੀਗਾ। ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਸਟੀਵ ਪੁਰੇਵਾਲ ਹੋਰਾਂ ਨਾਲ। ਪਰ ਉਹਦੇ ਤੋਂ ਪਹਿਲਾਂ ਸੁਖੀ ਸੰਗਰ ਜਿਹੜੇ ਇਸ ਵੇਲੇ ਦਸਤਾਰਧਾਰੀ ਸਿੱਖ ਨੇ, ਵੈਨਕੂਵਰ ਪੁਲਿਸ ਦੇ ਵਿੱਚ ਨੇ, ਔਰ ਖਾਸ ਗੱਲ ਉਹਨਾਂ ਨੇ ਇਸ ਫਿਲਮ ਦੇ ਵਿੱਚ ਆਪ ਆ ਕੇ ਰੋਲ ਕੀਤਾ। ਆਪਣੇ ਉਹਨਾਂ ਨੇ ਆਫਰ ਕੀਤਾ ਕਿ ਮੈਂ ਇਹਦੇ 'ਚ ਕੰਮ ਕਰਨਾ ਚਾਹੁੰਦਾ ਹਾਂ। ਔਰ ਇਹ ਵੀ ਕਮਾਲ ਦੀ ਗੱਲ ਆ ਕਿ ਇਸ ਸਾਰੀ ਹਿਸਟਰੀ ਬਾਰੇ ਇਸ ਪ੍ਰੋਜੈਕਟ ਤੋਂ, ਇਸ ਕਿਤਾਬ ਤੋਂ ਪਹਿਲਾਂ ਉਹਨਾਂ ਨੂੰ ਵੀ ਕੁਛ ਨਹੀਂ ਸੀ ਪਤਾ। ਆਓ ਗੱਲਬਾਤ ਕਰਦੇ ਹਾਂ ਸੁਖੀ ਸੰਗਰ ਜੀ ਦੇ ਨਾਲ। ਸੰਗਰ ਸਾਹਿਬ, ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਤੇ ਇਸ ਫਿਲਮ ਬਾਰੇ। ਫਿਲਮ ਦੇ ਵਿੱਚ ਤੁਹਾਡਾ ਕੀ ਰੋਲ ਹੈ ਜੀ? ਅੱਛਾ, ਮੈਂ ਪਹਿਲਾਂ ਮੈਂ ਡਿਊਟੀ ਔਨਰ ਇੱਜ਼ਤ ਦੀ ਬੁੱਕ ਪੜ੍ਹੀ ਸੀ। ਫਿਰ ਰੀਸੈਂਟਲੀ ਮੈਨੂੰ ਪਤਾ ਲੱਗ ਗਿਆ ਇਹ ਸ਼ਾਰਟ ਫਿਲਮ ਪ੍ਰੋਮਿਸਿਸ
ਫਿਲਮ ਕਰਨੀ ਸੀ ਕਲੋਨਾ ਦੇ ਵਿੱਚ ਲੈਂਗਵੀ ਦੇ ਵਿੱਚ ਸੋ ਮੈਂ ਪ੍ਰੋਡਿਊਸਰ ਨਾਲ ਗੱਲ ਕੀਤੀ ਸੀ ਮੈਂ ਕਿਹਾ ਜੇ ਐਕਟਰ ਚਾਹੀਦੇ ਆ ਜੇ ਹੈਲਪ ਚਾਹੀਦੀ ਆ ਮੈਂ ਹੈਲਪ ਕਰ ਸਕਦਾ ਐਂਡ ਸੋ ਮੈਂ ਸੋਲਜਰ ਫਿਲਮ ਦੇ ਵਿੱਚ ਰੋਲ ਪਲੇ ਕੀਤਾ ਰੂਲੀਆ ਸਿੰਘ ਐਂਡ ਅਸੀਂ ਆਲਫਾ ਸਕੁਆਡ ਦੇ ਵਿੱਚ ਬੈਟਲਾਂ ਦੇ ਵਿੱਚ ਫਾਈਟ ਕੀਤਾ ਸੀ ਡਰਿਲ ਕੀਤੀ ਸੀ ਫੋਰਮੇਸ਼ਨਸ ਐਂਡ ਯੂਨੀਫਾਰਮ ਪਾਈ ਸੀ ਜਿਹੜੀ ਪੁਰਾਣੀਆਂ ਯੂਨੀਫਾਰਮ ਵਰਲਡ ਵਾਰ 2 ਦੇ ਵਿੱਚ ਸਾਡੇ ਐਨਸੈਸਟਰਸ ਨੇ ਫੋਰਫਾਦਰਸ ਨੇ ਪਾਈਆਂ ਪਈਆਂ ਐਂਡ ਯਾ ਬੇਸਿਕਲੀ ਇਹੀ ਸੀ ਤੇ ਕੀ ਮੋਟੀਵੇਸ਼ਨ ਕੀ ਸੀ ਇਹਦੇ ਪਿੱਛੇ ਤੁਸੀਂ ਜਾ ਕੇ ਆਫਰ ਕੀਤਾ ਕਿ ਮੈਂ ਕਰਨ ਨੂੰ ਤਿਆਰ ਹਾਂ ਤੁਸੀਂ ਤੁਹਾਡੀ ਜੌਬ ਹੋਰ ਆ ਐਜ਼ ਐਨ ਐਕਟਰ ਤੁਸੀਂ ਇਹ ਕਿੱਦਾਂ ਸੋਚਿਆ Yeah, so ਮੈਂ ਕਾਂਸਟੇਬਲ ਹੈਗਾ ਵੈਂਕੂਵਰ ਪੁਲਿਸ ਦੇ ਨਾਲ ਬਟ ਮੈਂ ਕਾਫੀ ਹਿਸਟਰੀ ਪੜ੍ਹਦਾ ਹਾਂ ਐਂਡ ਜਦੋਂ ਮੈਂ ਸਕੂਲ ਗਿਆ ਸੀਗਾ ਅਸੀਂ ਕਦੇ ਪੜ੍ਹਿਆ ਨਹੀਂ ਸਾਡੇ ਬੁੱਕਸ ਦੇ ਵਿੱਚ ਕਿਤੇ ਲਿਖਿਆ ਨਹੀਂ ਸੀ ਸਿੱਖਾਂ ਦੀ ਕੰਟਰੀਬਿਊਸ਼ਨ ਕੀ ਸੀਗਾ ਵਰਲਡ ਵਾਰ 1 ਵਰਲਡ ਵਾਰ 2 ਦੇ ਵਿੱਚ ਸੋ ਇਹ ਜਦੋਂ ਬੁੱਕ ਪੜ੍ਹ ਕੇ ਮੈਂ ਸੋਚਿਆ ਓਕੇ ਜਦੋਂ ਪਤਾ ਲੱਗਿਆ ਫਿਲਮ ਬਣਨੀ ਆ ਫਿਰ ਮੈਂ ਕਿਹਾ ਓਕੇ ਮੈਂ ਤਾਂ ਹੈਲਪ ਕਰਨਾ ਪੈਣਾ ਬਿਕਾਜ਼ ਜਿਹੜੇ ਮੇਰੇ ਬੱਚੇ ਆ ਜਿਹੜੇ ਯੂਥ ਹੈਗੇ ਆ ਉਹਨਾਂ ਨੂੰ ਜਾਣਨਾ ਚਾਹੀਦਾ ਅਸੀਂ ਕੀ ਕੰਟਰੀਬਿਊਸ਼ਨ ਕੀਤਾ ਐਂਡ ਜਦੋਂ ਰਿਮੈਂਬਰੈਂਸ ਡੇ ਸੈਰੇਮੋਨੀਜ਼ ਹੁੰਦੇ ਆ ਫਿਰ ਅਸੀਂ ਸਾਰੇ ਅਪਰੀਸ਼ੀਏਟ ਕਰ ਸਕਦੇ ਹਾਂ ਅਸੀਂ ਵੀ ਇਹ ਵਰਲਡ ਪੀਸ ਨੂੰ ਕੰਟਰੀਬਿਊਸ਼ਨ ਕੀਤੀਆਂ ਵੀਆਂ ਥਰੂਆਊਟ ਹਿਸਟਰੀ ਸਾਡੇ ਜਿਹੜੇ ਐਨਸੈਸਟਰ ਸੀਗੇ ਉਹ ਮਾਈਗ੍ਰੇਟ ਹੋਏ ਸੀ ਇੰਡੀਆ ਤੋਂ ਪੰਜਾਬ ਤੋਂ ਤੁਹਾਡਾ ਜਨਮ ਇੱਥੇ ਦਾ ਹੈ ਜਾਂ ਕਦੇ ਪੰਜਾਬ ਗਏ ਹੋ ਹਾਂਜੀ ਮੇਰੇ ਜਨਮ ਤਾਂ ਇੱਥੇ ਹੀ ਸੀ ਮੇਰੇ ਮੰਮੀ ਡੈਡੀ ਇੰਡੀਆ ਤੋਂ ਆਏ ਸੀਗੇ ਐਂਡ ਸੋ ਘਰੇ ਤਾਂ ਪੰਜਾਬੀ ਬੋਲਦੇ ਸੀ ਫਿਰ ਸਕੂਲ ਜਾ ਕੇ ਜ਼ਿਆਦਾ ਤਾਂ ਹੁਣ ਇੰਗਲਿਸ਼ ਬਟ ਯਾ ਮੈਂ ਇੱਥੇ ਹੀ ਬੋਰਨ ਸੀਗਾ ਪਰ ਇੰਡੀਆ ਕਾਫੀ ਵਾਰੀ ਗਿਆ ਪਿਆ ਪੰਜਾਬ ਗਿਆ ਪਿਆ ਐਂਡ ਉਹ ਜਿਹੜੀ ਕਨੈਕਸ਼ਨ ਆ ਉਹ ਮੇਰੇ ਦਿਲ ਦੇ ਵਿੱਚ ਆ ਸੋ ਤੇ ਜਿਹੜੇ ਇੱਥੇ ਹੁਣ ਇਸ ਬੁੱਕ ਤੋਂ ਪਹਿਲਾਂ ਤੁਹਾਨੂੰ ਸਾਡੀ ਇਹ ਹਿਸਟਰੀ ਪਤਾ ਸੀ ਨੋ ਸੋ ਐਕਚੁਅਲੀ ਮੈਂ 2012 ਦੇ ਵਿੱਚ ਮੈਂ UN ਮਿਸ਼ਨ ਤੇ ਗਿਆ ਸੀਗਾ ਐਜ਼ ਅ ਪੀਸਕੀਪਰ ਵੈਂਕੂਵਰ ਪੁਲਿਸ ਨਾਲ ਐਂਡ ਮੈਨੂੰ 2 ਵੀਕਾਂ ਵਾਸਤੇ ਛੁੱਟੀਆਂ ਮਿਲੀਆਂ ਮੈਂ ਫਰਾਂਸ ਨੂੰ ਗਿਆ ਵਿਮੀ ਰਿਜ ਤੇ ਗਿਆ ਸੀਗਾ ਮੈਂ ਉੱਥੇ ਰਿਸਪੈਕਟ ਪੇ ਕਰਦਾ ਸੀਗਾ ਇੱਕ ਕੈਨੇਡੀਅਨ ਕੰਟਰੀਬਿਊਸ਼ਨ ਵਾਸਤੇ ਉਸ 'ਤੇ ਵੱਡਾ ਸਾਰਾ ਮੈਮੋਰੀਅਲ ਆ ਐਂਡ ਪਰ ਜਦੋਂ ਮੈਂ ਸਟੀਵਨ ਦੀ ਡਿਊਟੀ ਆਨਰਸ ਦੀ ਬੁੱਕ ਪੜ੍ਹੀ ਉਸ ਟਾਈਮ ਮੈਨੂੰ ਪਹਿਲਾਂ ਪਤਾ ਲੱਗਿਆ ਜਦੋਂ ਫੋਟੋ ਦੇਖੇ ਉਹ ਸਿੱਖ ਲਾਹੌਰ ਡਿਵੀਜ਼ਨ ਆਰਟਿਲਰੀ ਨੇ ਸਪੋਰਟ ਕੀਤਾ ਸੀ ਮੈਨੂੰ ਕਦੇ ਪਤਾ ਨਹੀਂ ਸੀ ਸੋ ਉਸ ਦਿਨ ਤੋਂ ਬਾਅਦ ਮੈਂ ਹੁਣ ਜਿੰਨਾ ਕੁ ਮੈਂ ਹਿਸਟਰੀ ਪੜ੍ਹ ਸਕਦਾ ਰਿਸਰਚ ਕਰ ਸਕਦਾ ਉਹ ਮੈਂ ਕਰਦਾ ਹਾਂ ਐਂਡ ਸੋ ਜਦੋਂ ਮੂਵੀ ਦਾ ਰੋਲ opportunity ਮਿਲ ਗਈ ਮੈਂ ਕਿਹਾ ਹਾਂ ਇਹ ਤਾਂ 100% ਹੈਲਪ ਕਰਨੀ ਪੈਣੀ ਆ ਬਿਕਾਜ਼ ਜਿਹੜੇ ਬਾਕੀ ਹੈਗੇ ਆ ਜਿਹੜੇ ਨਹੀਂ ਜਾਣਦੇ ਸੀ ਜਿਹੜੇ ਬੱਚੇ ਆ ਸਕੂਲ ਵਾਲੇ ਉਹਨਾਂ ਨੂੰ ਜਾਣਨਾ ਚਾਹੀਦਾ ਤੇ ਤੁਹਾਡੇ ਵਰਗੇ ਹੋਰ ਵੀ ਸੀਗੇ ਇੱਥੇ ਜਿਹਦਾ ਤੁਹਾਨੂੰ ਨਹੀਂ ਪਤਾ ਸੀ ਇਹਦੇ ਬਾਰੇ ਜਾਂ ਤੁਹਾਨੂੰ ਜਿਹਨਾਂ ਨਾਲ ਤੁਸੀਂ ਗੱਲਾਂ ਬਾਤਾਂ ਕਰਦੇ ਹੋ ਇੱਥੇ ਦੇ ਜਨਪਲ ਨੇ ਸਿੱਖ ਨੇ ਕਿ ਉਹਨਾਂ ਨੂੰ ਵੀ ਨਹੀਂ ਪਤਾ ਇਹਦੇ ਬਾਰੇ ਜਾਂ ਤੁਹਾਨੂੰ ਇਕੱਲਿਆਂ ਨੂੰ ਲੱਗਦਾ ਸੀ ਨਹੀਂ ਐਕਚੁਅਲੀ ਸੋ ਮੈਂ ਮੇਰੇ ਕੰਮ ਵਾਲਿਆਂ ਨੂੰ ਕਾਫੀ ਗੱਲ ਕੀਤੀ ਵੀ ਆ ਬਿਕਾਜ਼ ਅਸੀਂ ਸਾਰੇ ਸੇਮ ਹੀ ਆ ਅਸੀਂ ਹਿਸਟਰੀ ਦਾ ਪੜ੍ਹਦੇ ਹਾਂ ਬੈਟਲਸ ਵਰਲਡ ਵਾਰ 1 ਜਿਹੜੇ ਕੰਟਰੀਬਿਊਸ਼ਨਸ ਹਨ ਅਸੀਂ ਕਾਫੀ ਡਾਈਵਰਸ ਹੈਗੇ ਆ ਮੈਂ ਪੁੱਛਿਆ ਸੀ ਤੁਸੀਂ ਜਿਹੜੇ ਗੋਰੇ ਸੀ ਆਪਣੇ ਵੀ ਮੈਂ ਕਿਹਾ ਤੁਹਾਨੂੰ ਇਹ ਪਤਾ ਆ ਕਹਿੰਦੇ ਨਹੀਂ ਮੈਂ ਬੁੱਕ ਲੈ ਕੇ ਦਿਖਾਇਆ ਮੈਂ ਕਿਹਾ ਇਹ ਦੇਖੋ ਅਸੀਂ ਵੀ ਮੇਰੇ ਫੋਰਫਾਦਰਸ ਇੱਥੇ ਤੁਹਾਡੇ ਫੋਰਫਾਦਰਸ ਨਾਲ ਖੜੇ ਸੀਗੇ ਫਾਈਟ ਕਰਦੇ ਸੀਗੇ ਤੇ ਤੁਹਾਨੂੰ ਲੱਗਦਾ ਇੱਕ ਬੁੱਕ ਦਾ ਮੀਡੀਅਮ ਸੀਗਾ ਜਿਹਦੇ ਨਾਲ ਲੋਕਾਂ ਨੂੰ ਇਹ ਚੀਜ਼ ਪਤਾ ਲੱਗੀ ਹੁਣ ਹੌਲੀ ਹੌਲੀ ਇਹ ਪ੍ਰੋਜੈਕਟ ਜਿਹੜਾ ਸਟੀਵ ਪੁਰੇਵਾਲ ਹੋਣੀਆਂ ਨੂੰ ਕੀਤਾ ਮੂਵੀ ਦੇ ਵਿੱਚ ਆ ਗਿਆ ਇਹਦੇ ਨਾਲ ਇਹ ਇੱਕ ਜ਼ਿਆਦਾ ਪਾਵਰਫੁਲ ਮੀਡੀਅਮ ਹੋਊਗਾ ਮੂਵੀ ਯਾ ਸੋ ਬੁੱਕ ਤਾਂ ਬਾਈ ਚਾਂਸ ਮੈਨੂੰ ਮਿਲ ਗਈ ਸੀ ਪਰ ਆਈ ਥਿੰਕ ਇਹ ਜਿਹੜੀ ਮੂਵੀ ਦੇ ਵਿੱਚ ਇਹ ਅਸੀਂ ਪ੍ਰਮੋਟ ਕਰਕੇ ਸੋਸ਼ਲ ਮੀਡੀਆ ਆਨਲਾਈਨ ਐਂਡ ਇਹ ਸ਼ਾਰਟ ਫਿਲਮ ਹੋਗੀ ਸੋ 21 ਮਿੰਟ ਦੀ ਹੋਊਗੀ ਮੇਰਾ ਖਿਆਲ ਐਂਡ ਸੋ ਜੇ ਅਸੀਂ ਸਕੂਲਾਂ ਨੂੰ ਦਿਖਾਉਣਾ ਆ ਐਂਡ ਆਨਲਾਈਨ 'ਤੇ ਡਿਸਟਰੀਬਿਊਟ ਕਰਨਾ ਫਿਰ ਜ਼ਿਆਦਾ ਲੋਕੀ ਨੂੰ ਇਹ ਇਨਫੋਰਮੇਸ਼ਨ ਮਿਲ ਜੂਗੀ ਐਂਡ ਫਿਰ ਜਿਹੜੀ ਇਹ ਹਿਸਟਰੀ ਆ ਐਕੂਰੇਟ ਰਿਫਲੈਕਸ਼ਨ ਸਾਰੇ ਅੰਡਰਸਟੈਂਡ ਕਰੋਗੇ
ਇੱਕ ਤੁਸੀਂ ਇੱਥੋਂ ਜੰਮੇ ਪਲੇ ਹੋ, ਇੱਥੇ ਵੱਡੇ ਹੋਏ ਹੋ, ਤੁਸੀਂ ਪੁਲਿਸ ਦੇ ਵਿੱਚੋਂ ਸਿੱਖ ਹੋ, ਤੁਹਾਨੂੰ ਇਹ ਹਿਸਟਰੀ ਨਹੀਂ ਪਤਾ ਜਾਂ ਕਿਤੇ ਪੜ੍ਹਾਈ ਵੀ ਨਹੀਂ ਗਈ, ਤੁਹਾਨੂੰ ਗੈਪ ਗੜਬੜ ਕਿੱਥੇ ਲੱਗਦੀ ਆ ਵੀ ਕਿੱਥੇ ਹੋਣੀ ਚਾਹੀਦੀ ਸੀ? ਕਿ ਇਹ ਸਕੂਲ ਕਰਿਕੂਲਮ ਦੇ ਵਿੱਚ ਹੋਣੀ ਚਾਹੀਦੀ ਸੀ, ਕੋਈ ਹੋਰ ਇੰਸਟੀਟਿਊਸ਼ਨ ਹੋਣੀਆਂ ਚਾਹੀਦੀਆਂ ਸੀ ਜਿਨ੍ਹਾਂ ਨੂੰ ਇਹ ਚੀਜ਼ ਦੱਸਣੀ ਚਾਹੀਦੀ ਸੀ? ਕਿੱਥੇ ਲੱਗਦਾ ਕਿ ਉਹ ਲੈਕ ਕਿੱਥੇ ਸੀ ਜਿਹੜਾ ਤੁਹਾਨੂੰ ਜਾਂ ਤੁਹਾਡੇ ਵਰਗੇ ਹੋਰਾਂ ਨੂੰ ਪਤਾ ਨਹੀਂ ਲੱਗ ਸਕੀ ਇਹ ਗੱਲ? ਇਹ ਗੈਪ ਆਈ ਗੈਸ ਮੇਰਾ ਓਪੀਨੀਅਨ ਹੈਗਾ ਜਿਹੜੇ ਕੁਰਿਕੂਲਮ ਡਿਜ਼ਾਈਨ ਕਰਦੇ ਆ ਉਹਨਾਂ ਨੇ ਆਪਦੀ ਹਿਸਟਰੀ ਦੇਖਣਾ ਆ ਐਂਡ ਉਹੀ ਲਿਖਣੀ ਆ, ਉਹੀ ਸਿਖਾਉਣੀ ਆ। ਸੋ ਕੈਨੇਡੀਅਨ ਹਿਸਟਰੀ ਅਸੀਂ ਕੋਸ਼ਿਸ਼ ਕਰਦੇ ਹਾਂ ਫਰਸਟ ਨੇਸ਼ਨਸ ਦਾ ਹਿਸਟਰੀ ਐਜੂਕੇਟ ਕਰੀਏ, ਪਰ ਉਸ ਤੋਂ ਆਊਟਸਾਈਡ ਆਫ ਦੈਟ ਉਹ ਜ਼ਿਆਦਾਤਰ ਯੂਰਪੀਅਨ ਫੋਕਸ ਹੁੰਦੀ ਆ। ਐਂਡ ਜੇ ਤੁਸੀਂ ਰਿਸਰਚ ਕਰੋ ਪਤਾ ਲੱਗ ਜੂਗਾ ਜਿਹੜੇ ਸਿੱਖਾਂ ਨੇ ਪੰਜਾਬ ਤੋਂ ਦੂਜੇ ਇੰਡੀਆ ਤੋਂ ਵੀ ਕਾਫੀ ਕੰਟਰੀਬਿਊਸ਼ਨ ਹੋਇਆ ਵਿਆ, ਪਰ ਉਹ ਜਦੋਂ ਸਾਡੇ ਲੋਕ ਹੈ ਨਹੀਂ ਸਿਸਟਮ ਦੇ ਵਿੱਚ, ਜੇ ਐਜੂਕੇਸ਼ਨ ਸਿਸਟਮ ਹੋਵੇ, ਜੇ ਗਵਰਨਮੈਂਟ ਹੋਵੇ, ਫਿਰ ਕੋਈ ਵੋਇਸ ਹੈ ਨਹੀਂ ਜਿਹੜੇ ਉਹ ਟੈਕਸਟ ਬੁੱਕ 'ਚ ਪਾ ਸਕਦੇ ਆ। ਸੋ ਇਹ ਗੈਪ ਹੋਇਆ, ਬਟ ਇਹ ਬੁੱਕ ਨਾਲ ਇਹ ਫਿਲਮ ਨਾਲ ਅਸੀਂ ਹੋਪ ਕਰਦੇ ਹਾਂ ਇਹ ਇਨਫੋਰਮੇਸ਼ਨ ਸਾਰੇ ਨੂੰ ਮਿਲ ਜਾਵੇ ਐਂਡ ਪਰਹੈਪਸ ਫਿਰ ਅਸੀਂ ਹੁਣ ਐਜੂਕੇਟ ਕਰ ਸਕਦੇ ਹਾਂ ਸਾਡੀ ਯੂਥ ਜਿਹੜੇ ਸਕੂਲ ਸਿਸਟਮ ਦੇ ਵਿੱਚ ਆ, ਐਂਡ ਜਿਹੜੇ ਮੇਰੇ ਹਨ ਦੇ ਵੀ ਜਿਹੜੇ ਨਹੀਂ ਜਾਣਦੇ ਆ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਇਹ ਸਾਡੀ ਕੰਟਰੀਬਿਊਸ਼ਨ ਸੀਗੀ। ਐਂਡ ਸੋ ਜਦੋਂ ਅਗਲੇ ਸਾਲ ਅਸੀਂ ਰਿਮੈਂਬਰੈਂਸ ਡੇ ਨੂੰ ਸੈਰੇਮੋਨੀ ਗਏ ਫਿਰ ਅਸੀਂ ਸੋਚ ਸਕਦੇ ਹਾਂ ਪੂਰੀ ਪਿਕਚਰ ਕੀ ਆ। ਤੇ ਜਦੋਂ ਇੱਕ ਸੀਗਾ ਤੁਹਾਡਾ ਟਾਈਮ ਜਦੋਂ ਤੁਹਾਨੂੰ ਇਹ ਸਾਰਾ ਕੁਝ ਨਹੀਂ ਪਤਾ ਸੀ 2012 ਤੋਂ ਜਾਂ ਪਹਿਲਾਂ, ਇੱਕ ਤੁਹਾਨੂੰ ਹੁਣ ਇਹ ਸਾਰਾ ਕੁਝ ਬੁੱਕ ਤੋਂ ਬਾਅਦ ਪਤਾ ਲੱਗਿਆ, ਤੁਸੀਂ ਆਪ ਉਹਦਾ ਹਿੱਸਾ ਬਣੇ ਹੋ, ਫਿਲਮ 'ਚ ਕੰਮ ਕਰ ਰਹੇ ਹੋ, ਕੋਈ ਟਰਾਂਸਫਰਮੇਸ਼ਨ ਲੱਗਦੀ ਆ ਜਾਂ ਕੋਈ ਫਰਕ ਲੱਗਦਾ ਹੁਣ ਆਪਣੇ ਵਿਊ ਪੁਆਇੰਟ ਦੇ ਵਿੱਚ? ਹਾਂ ਕਾਫੀ ਫਰਕ ਪੈ ਗਈ ਆ। ਮੈਂ 11 ਤਰੀਕ ਤੇ ਅਸੀਂ ਮੈਂ ਰਿਮੈਂਬਰੈਂਸ ਡੇ ਸੈਰੇਮੋਨੀ ਤੇ ਖੜਿਆ ਸੀ ਵੈਨਕੂਵਰਸ। ਅੱਛਾ ਜੀ। ਐਂਡ ਇਹ ਸਾਲ ਤੋਂ ਪਹਿਲਾਂ ਮੈਂ ਕਦੇ ਸੋਚਿਆ ਨਹੀਂ, ਮੇਰੇ ਫੋਰਫਾਦਰਸ ਉਹ ਵਿਮੀ ਰਿਜ ਤੇ ਨਾਲ ਮੋਢੇ ਤੇ ਮੋਢੇ ਖੜੇ ਸੀ, ਇਹ ਮੇਰੇ ਕਦੇ ਦਿਲ 'ਚ ਆਇਆ ਨਹੀਂ ਸੀ ਬਿਕਾਜ਼ ਮੈਨੂੰ ਪਤਾ ਨਹੀਂ ਸੀ। ਇਸ ਸਾਲ ਡਿਫਰੈਂਟ ਸੀਗਾ। ਆਖਰ ਦੇ ਵਿੱਚ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਕੋਈ ਮੈਸੇਜ ਆਪਣੀ ਹਿਸਟਰੀ ਲਈ ਕਿ ਕਿਸ ਤਰ੍ਹਾਂ ਇਹਨੂੰ ਘੋਖਣ, ਜਾਣਨ, ਪਤਾ ਕਰਨ, ਇਹਦੇ ਬਾਰੇ ਕੋਈ ਕਹਿਣਾ ਚਾਹੋਗੇ? ਮੈਂ ਇੰਨਾ ਕਹਿ ਸਕਦਾ ਜਿਹੜੇ ਪੈਰੈਂਟਸ ਹੈਗੇ ਆ ਇੰਪੋਰਟੈਂਟ ਆ ਬੱਚਿਆਂ ਨੂੰ ਸਿਖਾਉਣ ਨੂੰ ਹਿਸਟਰੀ ਕੀ ਆ, ਬਿਕਾਜ਼ ਅਦਰਵਾਈਜ਼ ਜੇ ਅੰਡਰਸਟੈਂਡਿੰਗ ਹੈ ਨਹੀਂ ਸਾਡੀ ਹਿਸਟਰੀ ਕੀ ਆ, ਫਿਰ ਉਹ ਜਿਹੜਾ ਪ੍ਰਾਈਡ ਹੁੰਦਾ ਸਾਡਾ ਧਰਮ ਦਾ, ਕਲਚਰ ਦਾ ਐਂਡ ਕੰਟਰੀ ਦਾ, ਉਹ ਪੂਰਾ ਹੋ ਨਹੀਂ ਸਕਦਾ ਜੇ ਨੌਲੇਜ ਹੈ ਨਹੀਂ। ਸੋ ਸੁਖੀ ਸਿੰਘਰ ਹੋਣਾ ਨਾਲ ਅਸੀਂ ਗੱਲਬਾਤ ਕੀਤੀ, ਉਹਨਾਂ ਨੇ ਇਸ ਫਿਲਮ ਬਾਰੇ ਦੱਸਿਆ। ਅਸਲ 'ਚ ਬਹੁਤ ਵੱਡੇ ਪ੍ਰੋਜੈਕਟ ਦਾ ਇੱਕ ਛੋਟਾ ਜਿਹਾ ਹਿੱਸਾ ਆ। ਅਸੀਂ ਗੱਲਬਾਤ ਕਰ ਰਹੇ ਸੀ ਪਹਿਲਾਂ ਇੱਥੇ ਦਸਤਾਰਧਾਰੀ ਸਿੱਖਾਂ ਦੀ ਹੋਂਦ ਬਾਰੇ, ਜਿਹੜੀ ਅੱਜ ਕੱਲ੍ਹ ਗੱਲ ਪਿਛਲੇ ਸਮੇਂ ਦੇ ਵਿੱਚ ਬਲਤੇਜ ਸਿੰਘ ਢਿੱਲੋਂ RCMP ਆਫਿਸਰ ਉਹਨਾਂ ਦੇ ਨਾਲ ਉਹਨਾਂ ਨੇ ਜਿਹੜਾ ਇਹ ਹੱਕ ਇੱਥੇ ਲਿਆ ਸੀ। ਸਟੀਵ ਜੀ, ਇਹ ਦਸਤਾਰ ਪਹਿਲਾਂ ਵੀ ਆਰਮੀ ਦੇ ਵਿੱਚ ਮੌਜੂਦ ਸੀ, ਇਹਦੇ ਬਾਰੇ ਇਹਦੀ ਹਿਸਟਰੀ ਕੀ ਹੈ, ਇਹਦੀ ਬੈਕਗਰਾਊਂਡ ਕੀ ਆ, ਜਾਂ ਕਦੋਂ ਕੁ ਤੋਂ ਇਹ ਸਾਰਾ ਕੁਛ ਹੈਗਾ, ਇਹ ਦੱਸੋਗੇ ਸਾਨੂੰ? ਜਿਹੜੀ ਦਸਤਾਰ ਦੀ ਉਹ ਤਾਂ ਪਹਿਲੇ ਦਿਨ ਤੋਂ ਹੀ ਸੀਗੀ ਵਰਦੀ, ਆਲਵੇਜ਼ ਬ੍ਰਿਟਿਸ਼ ਨੇ। ਇਨਫੈਕਟ ਜਿਹੜੀ ਆਪਾਂ ਹੁਣ ਆਮ ਬੰਦਾ ਦਸਤਾਰ ਪਾਉਂਦਾ ਉਹ ਐਕਚੁਅਲੀ ਮਿਲਟਰੀ ਦੀ ਸਟਾਈਲ ਆ। ਉਹਨੂੰ ਜਿਹੜੀ ਹੇਠਾਂ 50 ਕਹਿੰਦੇ ਆ, ਇਹ ਸਾਰਾ ਕੁਛ ਮਿਲਟਰੀ ਇਸ਼ੂ ਆ। ਇਹ ਜਦੋਂ 1870s 1880s ਗੋਰੇ ਉਹਨਾਂ ਨੇ ਜਿਹੜੀ ਇਨਲਿਸਟਮੈਂਟ ਰਿਕਰੂਟਮੈਂਟ ਕੀਤੀ ਆ, ਜਦੋਂ ਉਹਨਾਂ ਨੇ ਭਰਤੀ ਕਰਨੇ ਸੀਗੇ ਪੰਜਾਬੀ, ਉਹਨਾਂ ਨੇ ਇਹ ਸੋਚਿਆ ਇਹ ਜਿਹੜਾ ਸੰਤ ਸਿਪਾਹੀ ਆ ਉਹ ਸਭ ਤੋਂ ਉਹਦਾ ਬੈਸਟ ਸੋਲਜਰ ਫੌਜੀ ਉਹ ਬਣਦਾ। ਸੰਤ ਸਿਪਾਹੀ ਉਹਦੇ ਵੈਲਿਊਜ਼, ਉਹਦੀਆਂ ਕੀਮਤਾਂ ਉਹ ਗੁੱਡ ਆ। ਉਹਨਾਂ ਨੇ ਫਿਰ ਸਭ ਤੋਂ ਹੋਰ ਕਮਿਊਨਿਟੀਜ਼ ਤੋਂ ਜ਼ਿਆਦਾ ਉਹਨਾਂ ਨੂੰ ਕਹਿੰਦੇ ਸੀ ਮਾਰਸ਼ਲ ਰੇਸਿਸ। ਪਸ਼ਤੂਨਸ ਵੀ ਸੀਗੇ ਮਾਰਸ਼ਲ ਰੇਸਿਸ, ਗੁਰਕਾ ਵੀ ਸੀਗੇ, ਪੰਜਾਬੀ ਮੁਸਲਮਾਨ ਵੀ ਸੀਗੇ ਉਹਦੇ ਵਿੱਚ। ਬਟ ਉਹਨਾਂ ਨੇ ਇਹ ਸਿਲੈਕਟ ਕੀਤਾ ਸਿੱਖਾਂ ਨੂੰ ਐਡਵਾਂਸ ਕਰਨ ਲਈ ਜ਼ਿਆਦਾ।
ਸਭ ਤੋਂ ਜ਼ਿਆਦਾ। ਸੋ ਉਹਦੇ ਵਿੱਚ ਉਹਨਾਂ ਨੇ ਜੀ ਦਸਤਾਰ ਦੀ ਸਟਾਈਲ ਵੀ ਚੇਂਜ ਕੀਤੀ ਆ, 50 ਇੰਟਰੋਡਿਊਸ ਕੀਤੀ ਆ। ਉਹਨਾਂ ਨੇ ਇਹ ਕਿਹਾ ਸੀ ਸਾਡੇ ਵਿੱਚ ਜੇ ਤੁਸੀਂ ਇਹ ਨੌਕਰੀ ਲੈਣੀ ਆ ਬ੍ਰਿਟਿਸ਼ ਰਾਜ ਵਿੱਚ, ਤੁਹਾਨੂੰ ਇਹ ਪਤਾ ਇਹ ਆਪਾਂ ਨੂੰ ਸੋਚਣਾ ਪੈਣਾ ਉਸ ਵੇਲੇ ਜਿਹੜੀ ਸਭ ਤੋਂ ਵੱਡਾ ਬਿਗੇਸਟ ਇੰਪਲੋਇਰ, ਮੇਨ ਇੰਪਲੋਇਰ ਇੰਡੀਆ ਵਿੱਚ ਇਜ਼ ਮਿਲਟਰੀ। ਉਹਨਾਂ ਦੀ ਜਿਹੜੀ ਟੌਪ ਪੇ ਆ, ਪੈਨਸ਼ਨ ਆ, ਕੋਈ ਇੱਦਾਂ ਦੀਆਂ ਚੀਜ਼ਾਂ ਸਾਰੀ ਇਕੱਲੀ ਮਿਲਟਰੀ। ਸੋ ਜਿਹੜੀ ਉਸ ਵੇਲੇ ਬਹੁਤ ਪ੍ਰੈਸਟੀਜੀਅਸ ਜੌਬ ਸੀਗੀ ਮਿਲਟਰੀ ਵਿੱਚ ਇਨਲਿਸਟ ਹੋਣ ਲਈ, ਭਰਤੀ ਹੋਣ ਲਈ। ਗੋਰਿਆਂ ਨੇ, ਬ੍ਰਿਟਿਸ਼ ਨੇ ਇੱਦਾਂ ਕਿਹਾ ਸੀ ਸਾਨੂੰ ਜਿੰਨੇ ਹੈਗੇ ਆ ਸਰਦਾਰ ਚਾਹੀਦਾ, ਖਾਲਸਾ ਸਾਨੂੰ ਚਾਹੀਦੇ ਆ। ਉਹਨਾਂ ਜਿਹੜੇ ਸੰਤ ਸਿਪਾਹੀ ਆ, ਸਿਸਟਮ ਆ, ਉਹਨਾਂ ਦਾ ਬਿਲੀਫਸ ਆ, ਉਹ ਸਾਡੇ ਲਈ ਬੈਸਟ ਸੋਲਜਰ ਲੱਗਦੇ ਆ। ਸੋ ਉਹਦੇ ਵਿੱਚ ਦਸਤਾਰ ਦੀ ਨੰਬਰ 1 ਉਹਨਾਂ ਨੇ ਦਸਤਾਰ ਰੀਫੈਸ਼ਨ ਕੀਤੀ ਆ, always was a part of it, and ਉਹਨੂੰ ਬਹੁਤ ਜਿੱਦਾਂ ਪ੍ਰੋਮੀਨੈਂਸ ਦਿੱਤੀ ਆ। ਗੋਰੇ ਵੀ ਆਫਿਸਰਸ ਨੇ ਵੀ ਦਸਤਾਰਾਂ ਪਾਈਆਂ ਆ ਹਿਸਟਰੀ ਵਿੱਚ। ਸੋ ਜਦੋਂ ਹੁਣ ਇਹ ਤਾਂ ਗੱਲ ਆਪਾਂ ਕਰਦੇ ਹਾਂ, ਜੇ ਜਿੰਨਾ ਚਿਰ ਆਪਾਂ ਨੂੰ ਇਹ ਪੂਰੀ ਇਤਿਹਾਸ ਨਹੀਂ ਪੜ੍ਹਾਈ ਜਾਂਦੀ ਲੋਕਾਂ ਨੂੰ, ਮੇਨ ਸਟਰੀਮ ਨੂੰ, ਉਹਨਾਂ 'ਚ ਡਿਸਕ੍ਰਿਮੀਨੇਸ਼ਨ ਇਨੇਬਲ ਹੁੰਦੀ ਆ। ਇਹੀ ਗੱਲ ਵੋਲਟੇਜ ਨੂੰ ਹੋਈ ਸੀਗੀ। ਉਦੋਂ ਉਸ ਵੇਲੇ ਆਪਾਂ ਇਹ ਐਡਵਰਟਾਈਜ਼ ਨਹੀਂ ਕੀਤਾ, ਮੇਨ ਸਟਰੀਮ ਨੇ ਪੜ੍ਹਾਇਆ ਨਹੀਂ ਮੇਨ ਸਟਰੀਮ ਨੂੰ। ਜਿਹੜੀ ਤੁਸੀਂ ਕਹਿੰਦੇ ਦਸਤਾਰ ਨਹੀਂ ਹੋਣੀ ਚਾਹੀਦੀ RCMP ਵਿੱਚ, ਇਹ ਰੋਂਗ ਆ। ਜੇ ਤੁਸੀਂ ਹਿਸਟਰੀ ਉਦੋਂ ਉਸ ਵੇਲੇ ਗੋਰੇ ਕਹਿੰਦੇ ਸੀ, ਮੈਂ ਹੈ ਨਹੀਂ ਸੀਗਾ ਇਸ ਵੇਲੇ ਕੈਨੇਡਾ ਵਿੱਚ, ਨਹੀਂ ਤਾਂ ਅਸੀਂ ਉਦੋਂ ਉਸ ਵੇਲੇ ਕਰੈਕਟ ਕਰ ਸਕਦੇ ਸੀਗੇ। ਪਰ ਉਹ ਕਹਿੰਦੇ ਸੀ ਜੇ ਟ੍ਰੈਡੀਸ਼ਨ ਦੇ ਹਿਸਾਬ ਦੇ ਨਾਲ ਤੁਸੀਂ ਪੱਗ ਨਹੀਂ ਪਾ ਸਕਦੇ ਕਦੇ, ਇਹ ਸਾਡੀ ਬ੍ਰਿਟਿਸ਼ ਕੈਵਲਰੀ ਦੀ ਆ। ਦੈਟਸ ਰੋਂਗ, ਕੰਪਲੀਟਲੀ ਰੋਂਗ। ਜੇ ਆਪਾਂ ਹੁਣ ਇਹਨੂੰ ਦੇਖੀਏ, ਇਹ ਜਿਹੜੇ ਬੂਟਸ ਆ ਇੰਡੀਅਨ ਆਰਮੀ ਆ, ਜੋਧਪੁਰ ਇੰਡੀਅਨ ਆਰਮੀ ਆ, ਜਿਹੜੀ ਉਹਨਾਂ ਨੇ ਸੈਮ ਬਰਾਊਨ ਬੈਲਟ ਪਾਈ ਆ, ਉਹ ਹੈਗੀ ਜਿਹੜਾ ਉਹਨਾਂ ਦਾ ਕਮਾਂਡਰ ਸੀਗਾ ਸਿੱਖ ਕੈਵਲਰੀ ਯੂਨਿਟ, ਸੈਮ ਬਰਾਊਨ ਉਹਦਾ ਨਾਂ ਸੀਗਾ, ਉਹਦਾ ਡਿਜ਼ਾਈਨ ਆ। ਦਸਤਾਰ 100% ਪਾਰਟ ਆਫ ਇਟ। ਸੋ ਉਸ ਵੇਲੇ ਇਹ ਕਹਿਣਾ ਨਹੀਂ ਚਾਹੀਦਾ, ਇਹਨਾਂ ਨੂੰ ਕਹਿਣਾ ਨਹੀਂ ਆਉਣਾ ਚਾਹੀਦਾ ਸੀਗਾ ਇਹ ਤੁਸੀਂ ਨਹੀਂ ਪਾ ਸਕਦੇ ਕਦੇ, ਇਹ ਹੈਰੀਟੇਜ ਨਹੀਂ, ਟ੍ਰੈਡੀਸ਼ਨ ਨਹੀਂ। ਜੇ ਟ੍ਰੈਡੀਸ਼ਨ ਦੇ ਹਿਸਾਬ ਦੇ ਚੱਲਣਾ ਸੀ ਕੈਨੇਡਾ ਨੇ, ਸਾਰੇ RCMP ਨੂੰ ਪਾਉਣੀਆਂ ਚਾਹੀਦੀਆਂ ਸੀਗੀਆਂ ਦਸਤਾਰਾਂ। ਇੰਨਾ ਇਹਦੀ ਇੰਪੋਰਟੈਂਸ ਸੀਗਾ ਦਸਤਾਰ ਦਾ। ਬਟ ਪ੍ਰੋਬਲਮ ਇਹ ਸੀਗੀ ਆਪਾਂ ਹਿਸਟਰੀ ਨਹੀਂ ਇਹਨਾਂ ਨੂੰ ਸਿਖਾਈ। ਤੇ ਇਹ ਜਿਹੜਾ ਤੁਸੀਂ ਕਹਿੰਦੇ ਹੋ ਰੀਫੈਸ਼ਨ ਕੀਤਾ, ਜਿਹੜੀ 50 ਹੈ, ਇਹ ਵੀ ਉਹਨਾਂ ਨੇ ਇੰਟਰੋਡਿਊਸ ਕੀਤੀ ਸੀ? ਸਾਰੀ ਮਿਲਟਰੀ ਦੀ ਇਸ ਸਾਰਾ ਜਿਹੜਾ ਆਪਾਂ ਆਮ ਬੰਦਾ ਪੱਗ ਹੁਣ ਪਾਉਂਦਾ ਆ, ਇਜ਼ ਮਿਲਟਰੀ ਸਟਾਈਲ। ਜਿੱਦਾਂ ਉਹ ਸਾਰੀ ਫਲੀਟਸ 50 ਪਾ ਕੇ ਸਾਰਾ ਇਜ਼ ਫੁੱਲੀ ਮਿਲਟਰੀ। ਉਹ ਤੋਂ ਪਹਿਲਾਂ ਹੋਰ ਤਰ੍ਹਾਂ ਇਰੈਗੂਲਰ ਪੱਗ ਲੋਕ ਪਾਉਂਦੇ ਹੁੰਦੇ ਸੀ। ਉਦੋਂ ਸਾਰੇ ਹਿੰਦੂ ਮੁਸਲਮਾਨ ਵੀ ਸਾਰੇ ਪੱਗਾਂ ਪਾਉਂਦੇ ਸੀਗੇ। ਉਹਨਾਂ ਦਾ ਡਿਜ਼ਾਈਨ ਡਿਫਰੈਂਟ ਸੀਗਾ। ਸਟੀਵ, ਸਾਨੂੰ ਥੋੜ੍ਹਾ ਜਿਹਾ ਇਸ ਤਸਵੀਰ ਬਾਰੇ ਦੱਸੋ, ਇਹਦੀ ਕੀ ਇੰਪੋਰਟੈਂਸ ਔਰ ਕੀ ਇਹਦੇ 'ਚ ਖਾਸ ਗੱਲ ਆ? ਆਪਾਂ ਗੱਲ ਕਰਦੇ ਸੀ ਦਸਤਾਰ ਦੀ ਪੋਜੀਸ਼ਨ, ਉਹਦੀ ਇੰਪੋਰਟੈਂਸ ਕਿੰਨੀ ਸੀਗੀ, ਉਹਦਾ ਰੈਕੋਰਡ ਕਿੱਥੇ ਤਾਈਂ ਇਹ ਪਹੁੰਚਿਆ ਸੀਗਾ। ਆਹ ਦੇਖੋ, ਇਹ ਹੈਗਾ ਗੋਰੇ ਸਰਕਾਰ ਦਾ ਸ਼ਹਿਨशाह ਕਿੰਗ ਜਾਰਜ V। ਉਹਨਾਂ ਨੇ ਦਸਤਾਰ ਪਾਈ ਹੋਆ। ਇਹ ਫੋਟੋ ਪੇਂਟਿੰਗ ਬਣੀ ਸੀਗੀ 1911। ਇਹਨਾਂ ਨੇ ਪਾਈ ਹੋਆ ਪੰਜਾਬੀ ਕੈਵਲਰੀ ਦੀ ਯੂਨੀਫਾਰਮ ਵਰਦੀ, ਪੰਜਾਬੀ ਕੈਵਲਰੀ ਕਮਾਂਡਰ ਇਨ ਚੀਫ ਸੀਗਾ। ਸੋ ਗੋਰੇ ਵੀ ਪਾਉਂਦੇ ਸੀਗੇ। ਉਹਨਾਂ ਦਾ ਸ਼ਹਿਨशाह ਵੀ ਨੇ ਦਸਤਾਰ ਪਾਈ ਹੋਆ। ਸੋ ਇਹ ਹਿਸਟਰੀ ਵਿੱਚ ਦਸਤਾਰ ਦੀ ਬਹੁਤ ਇੰਪੋਰਟੈਂਟ ਜਗ੍ਹਾ ਸੀਗੀ। ਇਹ ਆਪ ਇੱਥੇ ਜਦੋਂ ਮਗਰੋਂ ਇਹਨਾਂ ਨੇ ਗੋਰਿਆਂ ਨੇ ਹਿਸਟਰੀ ਮਿਟਾਉਣੀ ਸੀਗੀ, ਇਹ ਕਦੀ ਫੋਟੋਜ਼ ਪਿਕਚਰਸ ਕਦੀ ਦਿਖਾਈਆਂ ਨਹੀਂ, ਕਦੀ ਟੈਕਸਟ ਬੁੱਕਸ ਵਿੱਚ ਇਨਕਲੂਡ ਨਹੀਂ ਕੀਤੀਆਂ। ਹੁਣ ਇਹਦੇ ਲਈ ਕੁਛ ਹੈਗਾ ਵੀ ਇਹ ਜਿਵੇਂ ਤੁਹਾਡੀ ਬੁੱਕ ਆ, ਇਹਦੇ ਨਾਲ ਤਾਂ ਅਵੇਅਰਨੈਸ ਕਾਫੀ ਆ ਗਈ ਆ, ਕੋਈ ਇੱਦਾਂ ਦਾ ਤਰੀਕਾ ਹੋ ਸਕਦਾ ਵੀ ਇਹ ਕਰਿਕੂਲਮ ਦੇ ਵਿੱਚ ਕਿਸੇ ਤਰ੍ਹਾਂ ਸਾਰਾ ਕੁਛ ਆ ਜਾਵੇ, ਕਿਸੇ ਸਟੇਜ ਦੇ ਉੱਤੇ ਪੋਸੀਬਲ? ਹੁਣ ਇਹੀ ਜਿੱਦਾਂ ਹੁਣ ਆਪਣਾ BC ਵਿੱਚ ਕਰਿਕੂਲਮ ਚੱਲਦਾ ਹੈ, ਇਟ ਡਿਪੈਂਡਸ ਔਨ ਜਿਹੜੇ ਟੀਚਰ ਹੈ ਉਹ ਆਪ ਸਿਲੈਕਟ ਕਰ ਸਕਦੇ ਕਿਹੜੀ ਮਟੀਰੀਅਲ ਉਹਨਾਂ ਨੇ ਯੂਜ਼ ਕਰਨੀ ਆ। ਸੋ ਆਪਣਾ ਜਿਹੜਾ ਚੈਲੰਜ ਆ ਇਜ਼ ਅਲਾਉਇੰਗ ਜਿਹੜੀ ਟੀਚਰ ਨੂੰ ਪਤਾ ਹੋਣਾ ਚਾਹੀਦਾ ਆਹ ਰਿਸੋਰਸਿਸ ਹੈਗੀਆਂ, ਵੀ ਨੀਡ ਟੂ ਬਿਲਡ ਮੋਰ ਰਿਸੋਰਸਿਸ। ਜਿਹੜੀਆਂ ਰਿਸੋਰਸਿਸ ਹੈਗੀਆਂ ਉਹਨਾਂ ਨੂੰ ਫਿਰ ਟੀਚਰਾਂ ਦੇ ਹੱਥਾਂ ਵਿੱਚ ਡਿਲੀਵਰ ਹੋਣੀਆਂ ਚਾਹੀਦੀਆਂ। ਨਾਲੇ ਬਾਕੀ ਇਕੱਲੀ ਇੱਥੇ ਨਹੀਂ, ਇਕੱਲੀ ਸਰੀ ਵਿੱਚ ਨਹੀਂ, ਸਾਰੀ ਕੰਟਰੀ ਵਿੱਚ ਇਹ ਹੋਣਾ ਚਾਹੀਦਾ। ਕਦੇ ਇਹ ਹੈਗਾ ਇਹ ਜਿਹੜਾ ਇਹ ਸਾਂਝਾ ਵਿਰਸਾ ਆ, ਇਹ ਇਜ਼ ਵੈਰੀ ਇੰਪੋਰਟੈਂਟ ਐਸ ਵੇਲੇ ਲੋਕਾਂ ਨੂੰ ਸਿਖਾਉਣ ਲਈ। ਕਦੇ ਜਿਸ ਸਾਰੀ ਡਿਸਕ੍ਰਿਮੀਨੇਸ਼ਨ ਡਿਵੀਜ਼ਨ ਹੁੰਦੀ ਆ, ਇਹਨੂੰ ਕਹਿੰਦੇ ਆਈਡੈਂਟੀਟੀ ਪੋਲੀਟਿਕਸ। ਆਪ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿੰਨਾ ਕੰਟਰੀਬਿਊਸ਼ਨਸ ਅੱਗੇ ਕੀਤੇ ਹੋ ਆ ਇਹਨਾਂ ਨੇ, ਐਸ ਕਮਿਊਨਿਟੀ ਦੀ ਵੈਲਿਊਜ਼ ਕੀ ਆ। ਉਹਦੇ ਨਾਲ ਇਹ ਸਕੂਲ ਵਿੱਚ ਇਹ ਹੋਣਾ ਚਾਹੀਦਾ ਪ੍ਰੋਗਰਾਮ।
ਉਹਦੇ ਵਿੱਚ ਸਕੂਲਾਂ ਵਿੱਚ ਫਿਰ ਇਹਦਾ ਮਤਲਬ ਇਹ ਜਿਹੜੀ ਰੇਸਿਜ਼ਮ ਡਿਕਰੀਸ ਹੋ ਜੂਗੀ ਨੈਕਸਟ ਜਨਰੇਸ਼ਨ ਵਿੱਚ ਕਦੇ ਉਹ ਗੋਰੇ ਲੋਕ ਸਮਝਦੇ ਇਨ ਸਾਰਾ ਕੁਛ ਇੱਥੇ ਆ ਕੇ ਉਹਨਾਂ ਨੇ ਸੰਭਾਲਿਆ ਆ ਇਹਨਾਂ ਨੇ ਸਾਰਾ ਕੁਛ ਕੀਤਾ ਆ ਜੇ ਆਪਾਂ ਪੂਰੀ ਹਿਸਟਰੀ ਦਿਖਾਈ ਹੈ ਇਹ ਨਿਆਣਿਆਂ ਤੋਂ ਕੱਲ੍ਹ ਤੋਂ ਉਹਨਾਂ ਨੂੰ ਪਤਾ ਲੱਗਣਾ ਨਹੀਂ ਇਹ ਸਾਡੇ ਮੋਢੇ ਤੇ ਮੋਢੇ ਨਾਲ ਲਾ ਕੇ ਅਸੀਂ ਵੀ ਜਿਹਨੂੰ ਇਹ ਕਹਿੰਦੇ ਨੇਸ਼ਨ ਬਿਲਡਿੰਗ ਅਸੀਂ ਇਕੱਠੇ ਹੋ ਕੇ ਅਸੀਂ ਮੁਲਕ ਇਹ ਬਣਾਇਆ। ਤੇ ਜਦੋਂ ਤੁਸੀਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀ ਉਦੋਂ ਕਿੰਨੇ ਕੁ ਲੋਕਾਂ ਨੂੰ ਪਤਾ ਸੀ ਇਸ ਹਿਸਟਰੀ ਬਾਰੇ ਤੁਹਾਡੀ ਆਬਜ਼ਰਵੇਸ਼ਨ ਕੀ ਸੀ ਉਦੋਂ? ਇੱਥੇ ਆਪਣੀ ਤਾਂ ਬਹੁਤ ਘੱਟ ਆਬਜ਼ਰਵੇਸ਼ਨ ਸੀਗੀ ਇਸ ਹਿਸਟਰੀ ਵਿੱਚ। ਆਪਣੇ ਲੋਕਾਂ ਨੂੰ ਪਤਾ ਸੀ? ਆਪਣੇ ਲੋਕਾਂ ਨੂੰ ਨਹੀਂ ਪਤਾ ਸੀ। ਇਨਫੈਕਟ ਆਪਣੇ ਲੋਕਾਂ ਨੂੰ ਓਨਲੀ ਜਿਹੜੀ ਹਿਸਟਰੀ ਹੈ ਇੱਥੇ ਕੈਨੇਡਾ ਵਿੱਚ ਜਾਣਦੇ ਇਹ ਜਿਹੜੀ ਗਦਰ ਪਾਰਟੀ ਦੀ ਹਿਸਟਰੀ ਆ ਕੋਮਾਗਾਟਾ ਮਰੂ ਦੀ ਹਿਸਟਰੀ ਆ ਉਹਨਾਂ ਵਿੱਚ ਇਹ ਜਿਹੜੀ ਫੌਜ ਦੀ ਹਿਸਟਰੀ ਆ ਉਹ ਸਮਝਦੇ ਇਹ ਫੌਜੀ ਗੁਲਾਮ ਸੀਗੇ ਗਦਾਰ ਬੰਦੇ ਆ ਇਹ ਥੋੜ੍ਹੀ ਇੱਕ ਪਾਸੇ ਸਟੋਰੀ ਜਿੱਦਾਂ ਕਹਿੰਦੇ ਹੁੰਦੇ ਆ ਦੇਅਰਸ ਆਲਵੇਜ਼ ਟੂ ਸਾਈਡਸ ਟੂ ਦ ਸਟੋਰੀ ਉਹ ਇੱਕ ਪਾਸੇ ਸਟੋਰੀ ਚੱਲ ਹਟੀ ਆ ਹੁਣ ਅਸੀਂ ਇਨਕਲੂਡ ਕਰਦੇ ਹਾਂ ਜਿਹੜੀ ਦੂਜੀ ਸਾਈਡ ਆ। ਇਹਦਾ ਮਤਲਬ ਕਿਤੇ ਨਾ ਕਿਤੇ ਸਾਡਾ ਵੀ ਇਹਦੇ ਵਿੱਚ ਰੋਲ ਹੈਗਾ ਕਿ ਅਸੀਂ ਆਪਣੀ ਹਿਸਟਰੀ ਨੂੰ ਕਿਸੇ ਤਰ੍ਹਾਂ ਲਿਖਿਆ ਹੀ ਨਹੀਂ ਜਾਂ ਉਹਨਾਂ ਨੂੰ ਸਾਂਭਿਆ ਹੀ ਨਹੀਂ। ਕਮਿਊਨਿਟੀ ਦੇ ਜਿਹੜੇ ਹੁਣ ਪੋਲੀਟਿਕਸ ਇੰਨੇ ਚੱਲਦੇ ਹੈਗੇ ਆ ਇਕੱਲੀ ਗਦਰ ਦੇ ਉਹਦੇ ਵਿੱਚ ਫਿਰ ਆਪ ਅਸੀਂ ਨਹੀਂ ਇਨਕਲੂਡ ਕੀਤੇ ਫੌਜੀਆਂ ਨੂੰ। ਸੋ ਇਹਦਾ ਮਤਲਬ ਇਹ ਆਪਣੀ ਗਾਂ ਵਾਸਤੇ ਹੁਣ ਇਸ ਵੇਲੇ ਆਪਾਂ ਨੂੰ ਇਨਕਲੂਡ ਕਰਨਾ ਚਾਹੀਦਾ ਨਿਆਣਿਆਂ ਨੂੰ ਆਪਣੇ ਬਾਬਿਆਂ ਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਤੁਸੀਂ ਫੌਜ ਵਿੱਚ ਸੀਗੇ ਕਿੱਥੇ ਤੁਸੀਂ ਸਰਵਿਸ ਕੀਤੀ ਹੈ ਜੇ ਹੁਣ ਜਦੋਂ ਅਸੀਂ ਸਕੂਲਾਂ ਨੂੰ ਜਾਂਦੇ ਇਹ ਸਟੋਰੀ ਦੱਸਦੇ ਉਹ ਜਾਂਦੇ ਆ ਘਰ ਨੂੰ ਜਾਂਦੇ ਆ ਫਿਰ ਮੁੜ ਕੇ ਸਕੂਲ ਨੂੰ ਆਉਂਦੇ ਆਪਣੇ ਟੀਚਰਾਂ ਨੂੰ ਦੱਸਦੇ ਹਾਂ ਮੇਰਾ ਵੀ ਬਾਬਾ ਉੱਥੇ ਫਰਾਂਸ ਨੂੰ ਗਿਆ ਸੀਗਾ ਬਰਮਾ ਵਿੱਚ ਸੀਗਾ ਇਸ ਐਵਰੀ ਆਪਣੀ ਜਿਹੜਾ ਮਰਜ਼ੀ ਘਰ ਹੋਏ ਖਾਨਦਾਨ ਵਿੱਚ ਪੰਜਾਬੀ ਖਾਨਦਾਨ ਵਿੱਚ ਜ਼ਰੂਰ ਮਿਲਟਰੀ ਸਰਵਿਸ ਹੈਗੀ ਆ ਉਹ ਆਪਾਂ ਲਕੋਈਓ ਆਪ ਇਹ ਇਸ ਵੇਲੇ ਇਹ ਟਾਈਮ ਨਹੀਂ ਹੈਗਾ ਲਕਾਉਣ ਲਈ। ਤੁਸੀਂ ਦੇਖੋ ਗੋਰਿਆਂ ਨੂੰ ਇਹਨੂੰ ਇੰਨੀ ਇੱਜ਼ਤ ਕਰਦੇ ਮਿਲਟਰੀ ਸਰਵਿਸ ਨੂੰ ਹਰੇਕ ਟਾਊਨ ਵਿੱਚ ਉਹਨਾਂ ਨੇ ਸੈਨੇਟਾਫ ਲਾਇਆ ਆ ਆਪਣੇ ਜਿਹੜੇ ਡੈਡ ਆ ਉਹਨਾਂ ਨੂੰ ਮਨਾਉਂਦੇ ਆ ਰਿਮੈਂਬਰੈਂਸ ਕਰਦੇ ਆ ਇਹ ਸਾਰੀਆਂ ਇਹ ਮੰਨਦੇ ਆ ਇਹ ਜਿਹੜੀ ਉਹਨਾਂ ਨੇ ਸੈਕਰੀਫਾਈਸ ਕੀ ਸੀਗਾ ਆਪਾਂ ਵੀ ਓਨੀਆਂ ਹੀ ਕੀਤੀਆਂ ਆ ਆਪਾਂ ਨੂੰ ਵੀ ਸੈਕਰੀਫਾਈਸ ਮੰਨਣੀਆਂ ਚਾਹੀਦੀਆਂ ਫਿਰ ਗੋਰੇ ਵੀ ਕਰਨਗੇ ਕੱਲ੍ਹ ਨੂੰ। ਸੋ ਅਸੀਂ ਸਟੀਵ ਪੁਰੇਵਾਲ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਇਹਦੇ ਨਾਲ ਹੀ ਜਿਹੜੀ ਸ਼ਾਰਟ ਫਿਲਮ ਦੀ ਗੱਲਬਾਤ ਕੀਤੀ ਜਾ ਰਹੀ ਹੈ ਵਿੱਚ ਅਸੀਂ ਉਹਦਾ ਜ਼ਿਕਰ ਕਰ ਰਹੇ ਹਾਂ ਉਹਨਾਂ ਦੇ ਇੱਕ ਹੋਰ ਐਕਟਰ ਸਾਡੇ ਨਾਲ ਇੱਥੇ ਮੌਜੂਦ ਨੇ ਮਨਜਿੰਦਰ ਸਿੰਘ ਜੌਹਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਐਕਸਪੀਰੀਅੰਸ ਕੀ ਸੀ ਉਹਨਾਂ ਦਾ ਤਜਰਬਾ ਕੀ ਸੀ ਉਹਨਾਂ ਦਾ ਅਨੁਭਵ ਕੀ ਸੀ ਔਰ ਉਹਨਾਂ ਦਾ ਕੀ ਇਹਦੇ ਵਿੱਚ ਰੋਲ ਆ। ਗੱਲਬਾਤ ਕਰਦੇ ਹਾਂ ਮਨਜਿੰਦਰ ਸਿੰਘ ਜੌਹਲ ਹੋਣਾ ਨਾਲ। ਸੋ ਅਸੀਂ ਪਹਿਲੇ ਹਿੱਸੇ ਦੇ ਵਿੱਚ ਗੱਲਬਾਤ ਕੀਤੀ ਸੀ ਸੁਖੀ ਸੰਗਰ ਹੋਣਾ ਨਾਲ ਜੋ ਵੈਨਕੂਵਰ ਪੁਲਿਸ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੇ ਇਸ ਫਿਲਮ ਦੇ ਵਿੱਚ ਰੋਲ ਕੀਤਾ ਉਸ ਫਿਲਮ ਬਾਰੇ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਕੀ ਰੋਲ ਸੀ ਉਹਨਾਂ ਦੀ ਕੀ ਗੱਲਬਾਤ ਸੀ। ਹੁਣ ਅਸੀਂ ਮਨਜਿੰਦਰ ਸਿੰਘ ਜੌਹਲ ਹੋਣਾ ਦੇ ਨਾਲ ਗੱਲਬਾਤ ਕਰਨੀ ਆ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਇਹ ਅੱਜ ਉਸੇ ਹੀ ਕਾਸਟਿਊਮਸ ਦੇ ਵਿੱਚ ਉਸੇ ਕਰੈਕਟਰ ਦੇ ਵਿੱਚ ਨੇ ਜੋ ਇਹਨਾਂ ਨੇ ਫਿਲਮ ਦੇ ਵਿੱਚ ਕੀਤਾ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਸਾਨੂੰ ਅਤੇ ਆਪਣੀ ਇਸ ਡਰੈਸ ਯੂਨੀਫਾਰਮ ਬਾਰੇ ਜੀ। ਹਾਂਜੀ ਤਾਂ ਅਸੀਂ ਤਾਂ ਇੱਥੇ ਵੈਨਕੂਵਰ ਕਾਇਰੋਪ੍ਰੈਕਟਰ ਹਾਂ। ਅੱਛਾ ਜੀ। ਤਾਂ ਜਦੋਂ ਅਸੀਂ ਕੰਮ ਕਰਦੇ ਹਾਂ ਇੱਦਾਂ PPE ਲਾ ਕੇ ਹੀ ਕਰਦੇ ਹਾਂ। ਸੋ ਜਦੋਂ ਅਸੀਂ ਫਿਲਮ ਵੀ ਕੀਤਾ ਪੂਰਾ PPE ਪ੍ਰੀਕਾਸ਼ਨ ਲਾ ਕੇ ਹੀ ਕਰਦੇ ਸੀਗੇ। ਹੁਣ ਮੈਂ ਲਾ ਵੀ ਸਕਦਾ ਹਾਂ ਹੁਣ ਜਦੋਂ ਇੰਟਰਵਿਊ ਕਰਨਾ ਹੈ। ਅਸੀਂ ਹੁਣ ਇੱਥੇ ਜੰਮੇ ਪਲੇ ਹਾਂ ਤਾਂ ਅਸੀਂ ਐਲੀਮੈਂਟਰੀ ਸਕੂਲ ਤਾਂ ਹਾਈ ਸਕੂਲ ਇੱਥੇ ਹੀ ਕੀਤਾ ਸੀਗਾ ਵੈਨਕੂਵਰ 'ਚ। ਤਾਂ ਹਿਸਟਰੀ ਦਾ ਜਦੋਂ ਅਸੀਂ ਰਿਮੈਂਬਰੈਂਸ ਡੇ ਔਰ ਵਰਲਡ ਵਾਰ ਦੀ ਹਿਸਟਰੀ ਦੀ ਦੇਖਦੇ ਹਾਂ ਯੂਜਲੀ ਸਾਰੇ ਯੂਰਪੀਅਨ ਦੇ ਸੋਲਜਰ ਹੁੰਦੇ ਆ। ਸੋ ਪਹਿਲਾਂ ਬੜੀ 5 ਸਾਲ ਪਹਿਲਾਂ ਹੁਣ ਅਸੀਂ ਇੱਕ ਬਰੈਂਪਟਨ ਸੀਗੇ ਸਿੱਖ ਹੈਰੀਟੇਜ ਮੰਥ ਉੱਥੇ ਮੈਂ ਪਹਿਲਾਂ ਦੇਖਿਆ ਇਹ ਸਿੱਖ ਸੋਲਜਰ ਵਰਲਡ ਵਾਰ 1 2 ਦੇ ਮੈਂ ਤਾਂ ਹੈਰਾਨ ਰਹਿ ਗਿਆ ਮੈਂ ਕਿਹਾ ਦਿਸ ਇਜ਼ ਅ ਗੁੱਡ ਸਟੋਰੀ। ਤਾਂ ਅਸੀਂ ਹੁਣ ਜ਼ਿਆਦਾ ਜਿੱਦਾਂ ਕਰਨਾ ਚਾਹੀਦਾ ਜਾਂ ਸਪੋਰਟ ਇਹ ਸਟੋਰੀ ਨੈਕਸਟ ਜਨਰੇਸ਼ਨ ਨੂੰ ਵੀ ਜਿਹਦਾ ਜਾਣਕਾਰੀ ਹੋਣੀ ਚਾਹੀਦੀ ਆ। ਤੇ ਇਹ ਜਿਹੜੀ ਤੁਹਾਡੀ ਯੂਨੀਫਾਰਮ ਇਹ ਕੀ ਹੈ ਜੀ? ਸੋ ਇਹ ਹੈਗਾ ਵਰਲਡ ਵਾਰ 2 ਦੀ ਯੂਨੀਫਾਰਮ 75 years old ਬੂਟ ਵੀ original ਆ ਨਾਲੇ ਇਹ ਵੀ bayonet ਇਹ ਵੀ original 75 80 years old ਤੇ ਇਹ ਯੂਜ਼ ਹੋਇਆ ਸੀਗਾ ਬੈਟਲ ਦੇ ਵਿੱਚ ਵਰਲਡ ਵਾਰ 2। ਤਾਂ ਇਹ ਪੂਰਾ original ਜਿੰਨਾ authentic ਅਸੀਂ ਕਰ ਸਕਦੇ ਸੀਗੇ ਕੀਤਾ ਆ। ਸਾਡੇ ਰਾਈਫਲ ਵੀ ਲੀ ਐਨਫੀਲਡ M3 ਸੀਗੇ ਜਿਹੜੇ ਇੰਡੀਅਨ ਆਰਮੀ ਯੂਜ਼ ਕੀਤਾ ਤੇ ਜਿਹੜੇ ਕੈਨੇਡੀਅਨ ਨੇ M4 ਯੂਜ਼ ਕੀਤਾ। ਸੋ ਜਿੱਦਾਂ ਸੈੱਟ ਦੇ ਵਿੱਚ ਜਿਹੜਾ ਸੀਗਾ ਮਿਲਟਰੀ ਸਮਾਨ ਉਹ ਸਾਰਾ ਆਰਮੀ ਨੇ ਸਾਨੂੰ ਜਿੱਦਾਂ ਰੈਂਟਲੀ ਸਾਨੂੰ ਦਿੱਤਾ ਸੀ ਯੂਜ਼ ਕਰਨ। ਤੁਹਾਡਾ ਕੀ ਉਹਦੇ ਵਿੱਚ ਰੋਲ ਸੀਗਾ? ਸਾਡਾ ਰੋਲ ਸੀਗਾ ਅਸੀਂ ਸਾਡਾ ਕੈਰੈਕਟਰ ਸੀਗਾ ਜੋਗਾ ਸਿੰਘ। ਤਾਂ ਅਸੀਂ ਸਕਾਊਟ ਸੀਗੇ ਅਸੀਂ ਮੂੜੇ ਜਾਂਦੇ ਸੀਗੇ ਸਾਡਾ ਐਲਫਾ ਸਕੁਆਡ ਪਿੱਛੇ ਤਾਂ ਅਸੀਂ ਫਿਰ ਦੇਖਦੇ ਸੀ ਨਾਜ਼ੀ ਕਿੱਥੇ ਆ। ਮੇਰੇ ਨਾਲ ਸੀਗਾ ਇੱਕ ਪੱਪੂ ਸਿੰਘ
ਉਹ ਜੈ ਸੰਗਰਾ ਸੀਗਾ ਉਹ ਤਾਂ ਸਟੂਡੈਂਟ ਆ 22 ਸਾਲ ਦੇ ਤੁਸੀਂ ਪਹਿਲਾਂ ਕਦੇ ਐਕਟਿੰਗ ਕੀਤੀ? ਯੂਨੀਵਰਸਿਟੀ 'ਚ ਥੋੜ੍ਹਾ ਹੀ ਕੀਤਾ ਸੀਗਾ ਇੱਕ ਵਾਰੀ but ਜ਼ਿਆਦਾ ਨਹੀਂ ਨਾ ਸੋ ਗੁਰੂ ਦੀ ਕਿਰਪਾ ਨਾਲ ਜਿਹੜਾ ਹੁਣ ਅਸੀਂ ਸੇਵਾ ਕਰਦੇ ਹਾਂ ਜੋ ਲੋੜ ਹੈ ਅਸੀਂ ਤਿਆਰ ਹੈ ਕਰਨ ਬਸ ਇੱਦਾਂ ਹੀ ਸ਼ੁਰੂ ਹੋਇਆ ਇਹ ਤੋਂ ਪਹਿਲਾਂ ਤੁਹਾਨੂੰ ਇਹ ਹਿਸਟਰੀ ਪਤਾ ਸੀ ਜਿਹੜੀ ਸਾਰੀ ਸੀਗੀ ਇਹ? ਨੋ ਥੋੜ੍ਹਾ ਪਤਾ ਸੀਗਾ ਜਿੱਦਾਂ ਮੇਰਾ ਗ੍ਰੇਟ ਗ੍ਰੈਂਡਫਾਦਰ ਵਰਲਡ ਵਾਰ 1 ਦੇ ਵਿੱਚ ਪੂਰਾ ਹੋਇਆ ਸੀਗਾ ਪਰ ਇੰਨਾ ਕਨੈਕਸ਼ਨ ਨਹੀਂ ਬਣਿਆ ਸਾਡਾ ਜਿੱਦਾਂ ਤੁਹਾਡੇ ਗ੍ਰੇਟ ਗ੍ਰੈਂਡਫਾਦਰ ਸੀਗੇ ਵਰਲਡ ਵਾਰ? ਹਾਂਜੀ ਜਗਤ ਸਿੰਘ ਜੀ ਅੱਛਾ ਪਰ ਹੁਣ ਪਤਾ ਲੱਗਿਆ ਫਿਲਮ ਤੋਂ ਬਾਅਦ ਮੈਂ ਫਿਰ ਮਾਸੀ ਨਾਲ ਗੱਲ ਕੀਤੀ ਫਿਰ ਥੋੜ੍ਹਾ ਜਿਹਾ ਪਤਾ ਲੱਗਿਆ ਹੋਰ ਜਿਹੜੇ ਹਿਸਟਰੀ ਦਾ ਆ ਪਰ ਇਹ ਲਾਸਟ ਹਿਸਟਰੀ ਆ ਸੱਚੀ ਰੀਅਲੀ ਮੇਰੀ ਜਨਰੇਸ਼ਨ ਬਿਲਕੁਲ ਕੋਈ ਅੰਡਰਸਟੈਂਡਿੰਗ ਨਹੀਂ ਜਿਹੜੇ ਸਾਡਾ ਹਿੱਸਾ ਸੀਗਾ ਬਿਗ ਹਿੱਸਾ with the Punjabis World War I World War II 2.4 million from India and half of them from Punjab it's a big deal ਹੁਣ ਤੁਸੀਂ ਦੇਖੋ ਇੱਥੇ ਮੈਪ ਤੇ ਕਿਤੇ ਲੜਾਈਆਂ ਕੀਤੀਆਂ ਚਾਈਨਾ ਮਿਡਲ ਈਸਟ ਅਫਰੀਕਾ ਯੂਰਪ ਹੁਣ ਤਾਂ ਇਹ ਜਿਹੜੇ ਮਿਲਟਰੀ ਹਿਸਟਰੀ ਨਾਲ ਹੁਣ ਅਸੀਂ ਇੱਥੇ ਆਏ ਹਾਂ ਕੈਨੇਡਾ 'ਚ ਜਿਹੜਾ ਪੰਜਾਬ ਸਿੱਖ ਨੇ ਇਹ ਇੰਨੀਆਂ ਕੁਰਬਾਨੀਆਂ ਕੀਤੀਆਂ ਤਾਂ ਹੀ ਅਸੀਂ UK ਪਹੁੰਚੇ ਕੈਨੇਡਾ ਜਿਹੜਾ ਐਮਪਾਇਰ ਸੀਗਾ ਉੱਥੇ ਹਾਂਗਕਾਂਗ ਆਸਟ੍ਰੇਲੀਆ ਨਿਊਜ਼ੀਲੈਂਡ ਤਾਂ ਹੀ ਅਸੀਂ ਬਾਹਰ ਨਿਕਲ ਗਏ ਤਾਂ ਹੀ ਅਸੀਂ ਇੱਥੇ ਹੀ ਹਾਂ ਸੋ ਇੱਦਾਂ ਰਿਮੈਂਬਰੈਂਸ ਕਰਨਾ ਚਾਹੀਦਾ ਅਪਰੀਸ਼ੀਏਟ ਕਰਨਾ ਚਾਹੀਦਾ ਆ ਜਿਹੜਾ ਹੁਣ ਇੰਨੀ ਕੁਰਬਾਨੀਆਂ ਕੀਤੀਆਂ ਆ ਐਂਡ ਮੇਰਾ ਫੀਲਿੰਗ ਹੈ ਇਹ ਹਾਲੇ ਕਾਫੀ ਕੰਮ ਆ ਕੰਮ ਹੋਰ ਇਹਦੇ 'ਚ ਕੀ ਕੀਤਾ ਜਾਣਾ ਚਾਹੀਦਾ ਹੋਰ ਕਿਸ ਤਰੀਕੇ ਦੇ ਨਾਲ ਇਸ ਗੱਲ ਬਾਰੇ ਸਾਨੂੰ ਵੀ ਨਹੀਂ ਪਤਾ ਜਿਹੜੀ ਗੱਲ ਤੁਸੀਂ ਦੱਸ ਰਹੇ ਆ ਅੱਛਾ ਕਿੱਦਾਂ ਦੱਸਿਆ ਜਾਣਾ ਚਾਹੀਦਾ ਕੀ ਲੱਗਦਾ ਹੋਰ ਮੂਵੀਜ਼ ਬਣਨੀਆਂ ਚਾਹੀਦੀਆਂ ਜਾਂ ਇਹ ਗਵਰਨਮੈਂਟ ਨੂੰ ਕਰਨਾ ਚਾਹੀਦਾ ਜਾਂ ਸਾਨੂੰ ਪੰਜਾਬੀਆਂ ਨੂੰ ਇੱਥੇ ਕਰਨਾ ਚਾਹੀਦਾ ਜਾਂ ਸਿੱਖਾਂ ਨੂੰ ਕਰਨਾ ਚਾਹੀਦਾ ਇਹ ਸਿੱਖਾਂ ਨੇ ਕਰਨਾ ਪੈਣਾ ਹੀ ਆ ਹੋਰ ਕਿਸੇ ਨੇ ਨਹੀਂ ਕਰਨਾ ਹੁਣ ਜਿਹੜੇ ਹੁਣ ਹਿਸਟਰੀ ਨੇ ਬੁੱਕ ਜਿਹੜੇ ਰਾਈਟ ਕੀਤੇ ਆ ਉਹਨੇ ਪਰਪਸਲੀ ਇਰੇਸ ਕੀਤਾ ਇਹ ਕੰਮ ਸੋ ਜੇ ਅਸੀਂ ਰੀਰਾਈਟ ਕਰਨੀ ਹਿਸਟਰੀ ਜਿਹੜਾ ਹਿੱਸਾ ਟਰੂਥਫੁਲੀ ਦੱਸਣਾ ਵੀ ਹੈਵ ਟੂ ਸੇ ਇਟ ਵੀ ਹੈਵ ਟੂ ਟੈਲ ਇਟ ਆਰਸੈਲਵਸ ਇਹ ਸਕੂਲ ਸਿਸਟਮ ਦੇ ਵਿੱਚ ਜਿਹਦਾ ਚਾਹੀਦਾ ਆ ਤਾਂ ਇਹ ਸਟੀਵ ਦੀ ਕੋਸ਼ਿਸ਼ ਆ ਸਾਡੀ ਨਾਲ ਅਸੀਂ ਨਾਲ ਆ ਜੋ ਲੋੜ ਜਿੱਦਾਂ ਸਪੋਰਟ ਜੇ ਇਸ ਹਿਸਟਰੀ ਬਾਰੇ ਨਹੀਂ ਪਤਾ ਸਿੱਖਾਂ ਨੂੰ ਜਾਂ ਜਿਹੜੇ ਵੀ ਉੱਥੋਂ ਆਏ ਆ ਇਹਦੇ ਵਿੱਚ ਕਸੂਰ ਇਹਨਾਂ ਦਾ ਜ਼ਿਆਦਾ ਆ ਵੀ ਇਹਨਾਂ ਨੇ ਉਹਦੀ ਖੋਜ ਪੜਤਾਲ ਨਹੀਂ ਕੀਤੀ ਲੱਭਿਆ ਨਹੀਂ ਜਾਂ ਜਾਣਬੁੱਝ ਕੇ ਇਸ ਹਿਸਟਰੀ ਨੂੰ ਗਾਇਬ ਕਰ ਦਿੱਤਾ ਗਿਆ ਵੀ ਇਹ ਸਾਹਮਣੇ ਨਹੀਂ ਆਉਣੀ ਚਾਹੀਦੀ ਯਾ ਮੇਰੇ ਖਿਆਲ ਸਾਰੀਆਂ ਚੀਜ਼ਾਂ ਆ ਹੁਣ ਜਦੋਂ ਵਰਲਡ ਵਾਰ 1947 'ਚ ਇੰਡੀਆ ਬਣ ਗਿਆ Pakistan interested in history, the India interested in history, England for gaha gayi, they're not interested. So ਅਸੀਂ ਰਹਿ ਗਏ ਹੁਣ ਸਿੱਖ ਜਿਹੜਾ ਇਹ ਜੇ ਹਿਸਟਰੀ ਪ੍ਰੀਜ਼ਰਵ ਕਰਨੀ ਹੈ ਦੱਸਣੀ ਹੈ ਇਹਦਾ ਫਿਰ ਨਿਆਣੇ ਦਾ ਸੈਲਫ ਅਸਟੀਮ ਵੀ ਵੱਧ ਸਕਦਾ ਹੈ ਰਾਈਟ ਦ ਯੂਥ ਜੇ ਉਹਨੂੰ ਅੰਡਰਸਟੈਂਡਿੰਗ ਹੈ ਸਾਡਾ ਸ਼ੇਅਰਡ ਹਿਸਟਰੀ ਕੈਨੇਡਾ ਜਿਹੜੇ ਬੈਟਲ ਹੋਇਆ ਵਾ ਅਸੀਂ ਉੱਥੇ ਹੀ ਸੀਗੇ ਫਲੈਂਡਰਸ ਫੀਲਡ ਜਿਹੜੀ ਬਿਗ ਜਿਹੜਾ ਪੋਮ ਆ ਅਸੀਂ ਉੱਥੇ ਹੀ ਸੀਗੇ ਪੰਜਾਬੀ ਜੇ ਜਲੰਧਰ ਬ੍ਰਿਗੇਡ ਫਿਰੋਜ਼ਪੁਰ ਬ੍ਰਿਗੇਡ ਉੱਥੇ ਸੀਗੇ ਜਦੋਂ ਉਹਨੇ ਪੋਮ ਲਿਖੀ ਆ ਜਿਹੜੇ ਹੁਣ ਅਸੀਂ ਕੈਨੇਡੀਅਨ ਪਾਪੀ ਪਾਉਂਦੇ ਆ ਅਸੀਂ ਉੱਥੇ ਹੀ ਸੀਗੇ ਸੋ ਇਟਸ ਅ ਇੰਪੋਰਟੈਂਟ ਸਟੋਰੀ ਫॉर द ਕਿਡਸ ਤੇ ਇਹ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਕਿਸ ਤਰੀਕੇ ਦੇ ਨਾਲ ਦੱਸੀ ਜਾ ਸਕਦੀ ਹੈ ਵੀ ਇਹ ਹਿਸਟਰੀ ਹੈਗੀ ਆ ਜਾਂ ਇਹਨੂੰ ਕੋਈ ਇੱਕ ਤਾਂ ਹੈਗਾ ਵੀ ਇਹਨੂੰ ਕੋਈ ਇਦਾਂ ਦਾ ਐਫਰਟ ਕੀਤਾ ਜਾਣਾ ਚਾਹੀਦਾ ਵੀ ਇਹ ਸਕੂਲ ਕਰਿਕੂਲਮ ਦੇ ਵਿੱਚ ਹੋਵੇ ਉਸ ਲੈਵਲ ਦਾ ਐਫਰਟ ਚਾਹੀਦਾ ਹਾਂਜੀ ਜਾਂ ਉਹਦੇ ਪੈਰਲਰ ਹਿਸਟਰੀ ਦੀਆਂ ਬੁੱਕਸ ਜਾਂ ਜਿਵੇਂ ਮੂਵੀ ਆ ਇਹ ਬਣਾ ਕੇ ਲਿਆਂਦੀਆਂ ਜਾਣੀਆਂ ਚਾਹੀਦੀਆਂ ਇਹਦੇ 'ਚ ਅਪਰੋਚ ਕਿਹੜੀ ਠੀਕ ਹੈ ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਆ ਨਾਲੇ ਜਿਹੜੇ ਹੁਣ 12 years old ਸਾਡੇ ਨਿਆਣੇ ਆ ਕੁੜੀਆਂ ਮੁੰਡੇ ਉਹਨੂੰ ਕੈਡੈਟਸ ਪਾਓ ਏਅਰ ਕੈਡੈਟਸ ਆਰਮੀ ਕੈਡੈਟਸ ਨੇਵੀ ਕੈਡੈਟਸ ਉੱਥੇ ਤੁਹਾਨੂੰ 6 ਘੰਟੇ ਟ੍ਰੇਨਿੰਗ ਮਿਲਦੀ ਆ ਐਕਸਰਸਾਈਜ਼ ਡਿਸਪਲਿਨ ਨਾਲੇ ਮਿਊਜ਼ਿਕ ਨਾਲੇ ਜਿਹੜਾ ਹੈਗਾ ਆ ਇਹ ਹਿਸਟਰੀ ਵੀ ਉੱਥੇ ਸਿੱਖ ਸਕਦੇ ਆ ਇਹਦੇ ਨਾਲ ਤੁਸੀਂ ਵੀ ਸਕਾਲਰਸ਼ਿਪ ਮਿਲ ਸਕਦਾ ਤੁਸੀਂ ਪੜ੍ਹਾਈ ਵੀ ਫ੍ਰੀ ਕਰ ਸਕਦੇ ਆ ਤੁਹਾਨੂੰ ਯੂਨੀਵਰਸਿਟੀ ਕਾਲਜ ਵੀ ਈਜ਼ੀ ਐਕਸੈਸ ਹੁੰਦਾ ਆ ਇਹ ਸਾਡੇ ਅਵੇਲੇਬਲ ਆ ਹਰੇਕ ਕਮਿਊਨਿਟੀ ਕੈਨੇਡਾ ਵਿੱਚ ਤੁਸੀਂ ਕਰ ਸਕਦੇ ਆ ਜਿਹੜਾ 12 ਸਾਲ ਦਾ ਮੁੰਡਾ ਕੁੜੀ ਆ until 18 ਸੋ ਇਹ ਐਕਸ਼ਨ ਆਈਟਮ ਆ ਤੁਸੀਂ ਹੁਣ ਕਰ ਸਕਦੇ ਆ ਜੀ ਤੇ ਆਖਰ ਦੇ ਵਿੱਚ ਕੀ ਕਹਿਣਾ ਚਾਹੋਗੇ ਸਾਡੇ ਵਿਊਅਰਸ ਨੂੰ ਇਸ ਹਿਸਟਰੀ ਬਾਰੇ ਜਿਹੜੀਆਂ ਚੀਜ਼ਾਂ ਤੁਸੀਂ ਸਿੱਖੀਆਂ ਕੀ ਦੱਸਣਾ ਚਾਹੋਗੇ ਇਹ ਸਾਰਾ ਜਿਹੜਾ ਗੁਰੂ ਦੀ ਕਿਰਪਾ ਹੀ ਆ ਬਸ ਜਿਹੜੇ ਹੁਣ ਜੋਸ਼ ਜਿਹੜਾ ਸਿੰਘਾਂ ਨੇ ਦਿਖਾਇਆ ਸੰਤ ਸਿਪਾਹੀ ਦਾ ਸਿਖਾਇਆ ਸੀਗਾ ਔਰ ਦਿਖਾ ਲਿਆ ਦੁਨੀਆ ਨੂੰ ਉਹ ਗੁਰੂ ਤੋਂ ਸ਼ੁਰੂ ਹੀ ਹੋਇਆ ਆ ਸੋ ਅਸੀਂ ਵੀ ਹੁਣ ਸਾਡੇ ਜਿਹੜੇ ਬੱਚੇ ਆ ਨਿਆਣੇ ਆ ਉਹਨੂੰ ਇਹਦਾ ਸ਼ੇਅਰ ਕਰਕੇ ਉਹਨੂੰ ਥੋੜ੍ਹਾ ਜਿਹਾ ਸਟਰੋਂਗ ਬਣਾਓ ਫਿਰ ਕੈਨੇਡਾ ਵੀ ਸਟਰੋਂਗ ਬਣੂਗਾ ਜੀ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੋ ਅਸੀਂ ਗੱਲਬਾਤ ਕੀਤੀ ਮਨਜਿੰਦਰ ਸਿੰਘ ਜੌਲ ਹੋਣਾ ਦੇ ਨਾਲ। ਉਹਨਾਂ ਨੇ ਆਪਣੇ ਬਾਰੇ ਦੱਸਿਆ ਔਰ ਉਹਨਾਂ ਦੇ ਕੀ ਅਨੁਭਵ ਸੀ ਇਸ ਕੰਮ ਦੇ ਵਿੱਚ, ਇਸ ਪ੍ਰੋਜੈਕਟ ਦੇ ਵਿੱਚ ਜੁੜਨ ਦੇ, ਉਹਦੇ ਬਾਰੇ ਗੱਲਬਾਤ ਕੀਤੀ। ਸਟੀਵ ਪੁਰੇਵਾਲ, ਅਸੀਂ ਗੱਲਬਾਤ ਕਰ ਰਹੇ ਹਾਂ ਜਿਹੜੀ ਇਸ ਵੇਲੇ ਤੁਸੀਂ ਦਸਤਾਰ ਨੂੰ ਜੋੜ ਰਹੇ ਹਾਂ ਮਿਲਟਰੀ ਦੇ ਨਾਲ, ਮਿਲਟਰੀ ਦੀ ਹਿਸਟਰੀ ਦੀ ਗੱਲਬਾਤ ਕਰ ਰਹੇ ਹਾਂ। ਸਾਡੇ ਬਹੁਤ ਪਿੱਛੇ ਤੱਕ ਚਲਿਆ ਜਾਂਦਾ। ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਸ ਵੇਲੇ ਚਿੱਤਰ ਸਾਡੇ ਪਿੱਛੇ ਆ। ਇਹ ਸਾਰੇ ਕੁਛ ਨੂੰ ਉਹਦੇ ਨਾਲ ਕਿੱਦਾਂ ਕਨੈਕਟ ਕਰਦੇ ਹਾਂ ਅਸੀਂ? ਹੁਣ ਜਦੋਂ ਆਪਾਂ ਫੌਜ ਦੀ ਗੱਲ ਕਰਦੇ ਹਾਂ, ਮਿਲਟਰੀ ਦੀ ਗੱਲ ਕਰਦੇ ਹਾਂ, ਉਹਨਾਂ ਦਾ ਰੈਕੋਰਡ ਰਿਸਟੋਰ ਕਰਦੇ ਹਾਂ, ਆਪਾਂ ਉਹ ਐਨ ਜ਼ਮਾਨੇ ਪਿੱਛੇ ਜਾ ਕੇ ਪ੍ਰੀ ਬ੍ਰਿਟਿਸ਼, ਆਪਾਂ ਬ੍ਰਿਟਿਸ਼ ਫੌਜ ਦੀ ਗੱਲ ਕਰ ਹਟੇ ਹਾਂ ਜੀ ਜੀ। ਬਟ ਜਿਹੜੀ ਫੌਜ ਉਹਨਾਂ ਨੇ ਗੋਰਿਆਂ ਨੇ ਇਨਲਿਸਟ ਕੀਤੀ, ਰਿਕਰੂਟ ਕੀਤੀ ਆ, ਉਹ ਸੀਗੀ ਸ਼ੇਰੇ ਪੰਜਾਬ ਦੀ ਫੌਜ ਸੀਗੀ, ਖਾਲਸਾ ਆਰਮੀ ਜਿਹੜੀ ਸੀਗੀ। ਉਹ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਫੌਜ ਸੀਗੀ ਉਹ ਸਾਰੀ ਦੁਨੀਆ ਵਿੱਚ ਮੰਨੀ ਸੀਗੀ ਸਭ ਤੋਂ ਬਹਾਦਰ, ਇੰਨੀ ਬਹਾਦਰ ਸੀਗੀ। ਉਹ ਜਿਹੜੇ ਗੋਰੇ ਸੀਗੇ ਉਹਨਾਂ ਨੇ, ਬ੍ਰਿਟਿਸ਼ ਸੀਗੇ, ਉਹਨਾਂ ਨੇ ਕਿਹਾ ਅਸੀਂ ਪੰਜਾਬ ਨੂੰ ਇਨਵੇਡ ਨਹੀਂ ਕਰ ਸਕਦੇ। ਅੱਛਾ। ਉਹਨਾਂ ਨੇ 1809 ਵਿੱਚ ਟ੍ਰੀਟੀ ਲਿਖੀ ਸੀਗੀ, ਸਤਲੁਜ ਦੀ ਟ੍ਰੀਟੀ। ਉਹਦੇ ਵਿੱਚ ਉਹਨਾਂ ਪੰਜਾਬ ਗਿਣਿਆ ਸੀਗਾ ਸਤਲੁਜ ਔਨਵਰਡਸ। ਸਾਊਥ ਆਫ ਦ ਸਤਲੁਜ ਉਹ ਬ੍ਰਿਟਿਸ਼ ਰਹੂਗਾ, ਬਟ ਬ੍ਰਿਟਿਸ਼ ਨੇ ਕਦੀ ਨਹੀਂ ਪੰਜਾਬ ਵਿੱਚ ਆਉਣਾ। ਪੰਜਾਬ ਸ਼ੇਰੇ ਪੰਜਾਬ ਉਹਨਾਂ ਨੇ ਬ੍ਰਿਟਿਸ਼ ਸਾਈਡ ਨਹੀਂ ਆਉਣੇ ਚਾਹੀਦੇ। ਉਹ ਕਦੇ ਡਰਦੇ ਸੀਗੇ, ਉਹਨਾਂ ਨੂੰ ਪਤਾ ਇੰਨਾ ਪਾਵਰਫੁਲ ਲੀਡਰ ਆ ਉਹ। ਸ਼ੇਰੇ ਪੰਜਾਬ ਦਾ ਇਜ਼ ਮਿਲਟਰੀ ਹੈਰੀਟੇਜ। ਆਪਾਂ ਉਹੀ ਫੌਜ ਸੀਗੀ, ਉਹੀ ਜਿਹੜੇ ਬਜ਼ੁਰਗ ਸੀਗੇ, ਉਹੀ ਬੰਦੇ ਸੀਗੇ ਜਿਹੜੇ ਫਿਰ ਮਗਰੋਂ ਬ੍ਰਿਟਿਸ਼ ਦੇ ਨਾਲ ਮੋਢੇ ਤੇ ਮੋਢੇ ਲਾ ਕੇ ਲੜੇ ਲੇਟਰ ਔਨ, ਜਦੋਂ ਮਿਊਟਨੀ ਹੋਈ 1857 ਵਿੱਚ। ਪਰ ਇਹ ਆਪਾਂ ਨੂੰ ਇਹ ਸੋਚਣਾ ਚਾਹੀਦਾ, ਉਹ ਬੰਦੇ ਜਿਹੜੇ ਇੱਕ ਪਾਸੇ ਖਾਲਸਾ ਰਾਜ ਦੇ ਲੜਾਈ ਕਰਦੇ ਸੀਗੇ, ਉਹਨਾਂ ਨੇ ਫਿਰ ਗੋਰਿਆਂ ਦੇ ਨਾਲ ਕਾਹਤੇ ਲੱਗੇ, ਉਹਨਾਂ ਦੇ ਨਾਲ ਕਾਹਤੇ ਰਿਕਰੂਟ ਹੋਏ। ਇਹ ਆਪਾਂ ਨੂੰ ਹਿਸਟਰੀ ਉਹ ਵੀ ਆਪਾਂ ਥੋੜ੍ਹਾ ਜਾਣਦੇ ਨਹੀਂ। ਪਰ ਉਸ ਵੇਲੇ ਆਪਣੀ ਓਨ ਕਮਿਊਨਿਟੀ ਵਿੱਚ ਜਿਹੜੀਆਂ ਕਹਿੰਦੇ ਉਹਨਾਂ ਟ੍ਰੈਚਰੀ ਗਦਾਰ ਬੰਦੇ ਸੀਗੇ, ਉਹਦੇ ਵਿੱਚ ਉਹ ਸਾਰਾ ਪੰਜਾਬ ਕਿੰਗਡਮ ਦਾ ਡਿਸਟਰਕਸ਼ਨ ਹੋਇਆ ਆਪਣੇ ਆਪ। ਬ੍ਰਿਟਿਸ਼ ਨੇ ਨਹੀਂ ਅਟੈਕ ਕੀਤਾ, ਉਹ ਤਾਂ ਮਗਰੋਂ ਹੋਈ ਹੈ। ਸੋ ਆਪਣੀ ਜਿਹੜੀ ਫੌਜ ਸੀਗੀ ਉਸ ਵੇਲੇ ਉਹਨਾਂ ਨੇ ਦੇਖਿਆ ਸਾਡੀ ਜਿਹੜੀ ਮੈਨੇਜਮੈਂਟ ਆ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਬਹੁਤ ਘੱਟ ਸੀਗੀ, not very effective leadership। ਉਹਨਾਂ ਨੇ ਇਹੀ ਦੇਖਿਆ ਜਿਹੜੇ ਗੋਰਿਆਂ ਦੇ ਵਿੱਚ ਹੈ, ਇਹਨਾਂ ਨੇ ਲੀਡਰਸ਼ਿਪ, ਇਹਨਾਂ ਨੇ ਸਾਰੀ ਦੁਨੀਆ ਵਿੱਚ ਐਮਪਾਇਰ ਬਿਲਡ ਕੀਤੀ ਵਾ, ਇਹਨਾਂ ਦੇ ਆਫਿਸਰ ਚੰਗੇ ਆਫਿਸਰ ਸੀਗੇ। ਇਹਨਾਂ ਨੇ ਇਹੀ ਦੇਖਿਆ, ਉਹਨਾਂ ਨੇ ਹੌਲੀ ਹੌਲੀ ਗੋਰਿਆਂ ਨੇ ਇਹੀ ਦੇਖਿਆ ਜਿਹੜੀ ਸਭ ਤੋਂ ਬਹਾਦਰ ਕਮਿਊਨਿਟੀ ਇੰਡੀਆ ਵਿੱਚ ਆ, ਉਹਨਾਂ ਨੇ ਇੰਡੀਆ ਅਫਗਾਨਿਸਤਾਨ ਨਾਲ ਓਨਲੀ ਜਿਹੜੀ ਕਮਿਊਨਿਟੀ ਅਫਗਾਨਿਸਤਾਨ ਨੂੰ ਡਿਫੀਟ ਕੀਤੀ ਹੈ ਇਹ ਜਿਹੜੇ ਸਿੱਖ ਆ, ਉਹ ਗੋਰਿਆਂ ਨੇ ਇਹ ਦੇਖਿਆ ਹੁਣ ਤੁਸੀਂ ਸਾਡੇ ਨਾਲ ਲੱਗ ਜਾਓ, ਜਿਹਦੇ ਇੰਗਲਿਸ਼ ਵਿੱਚ ਕਹਿੰਦੇ ਦੀ ਐਨਮੀ ਆਫ ਮਾਈ ਐਨਮੀ ਇਜ਼ ਮਾਈ ਫਰੈਂਡ। ਉਹਨਾਂ ਨੇ ਇਹ ਸਮਝਿਆ ਹੁਣ ਅਸੀਂ ਸਾਂਝਾ ਪੰਜਾਬ ਦਾ ਬੋਰਡਰ ਆਪਾਂ ਪ੍ਰੋਟੈਕਟ ਕਰਾਂਗੇ, ਨਾਲੇ ਗੋਰੇ ਸੋਲਜਰ ਨਾਲੇ ਸਿੱਖ ਸੋਲਜਰ। ਪੰਜਾਬ ਫਰੰਟੀਅਰ ਫੋਰਸ ਉਹਨਾਂ ਨੇ ਬਣਾਈ ਆ। ਸੋ ਪੰਜਾਬ ਦੀ ਪ੍ਰੋਟੈਕਸ਼ਨ ਹੋਈ ਆ, ਜੋ ਦੋਨੇ ਗੋਰਿਆਂ ਨੇ ਵੀ ਉੱਥੇ ਜਾ ਕੇ ਲੜੇ ਆ, ਪ੍ਰੋਟੈਕਟ ਕੀਤਾ। ਸੋ ਇਹ ਜਿਹੜੀ ਹਿਸਟਰੀ ਆ ਆਪਾਂ ਨੂੰ ਆਪਾਂ ਨੂੰ ਇੰਨਾ ਜਾਣਨਾ ਚਾਹੀਦਾ ਆਪਾਂ that ਇਹ ਸੋਲਜਰ ਬਹਾਦਰ ਸੀਗੇ, always ਗੁਲਾਮ ਨਹੀਂ ਸੀਗੇ। ਉਹਨਾਂ ਨੇ ਆਪੇ ਹੀ ਜਦੋਂ ਇਨਲਿਸਟ ਹੋਏ ਆ ਆਪਣੀ ਓਨ ਮਰਜ਼ੀ ਦੇ ਨਾਲ ਇਨਲਿਸਟ ਹੋਏ ਆ ਬ੍ਰਿਟਿਸ਼ ਫੋਰਸਿਸ ਵਿੱਚ। ਉਹਨਾਂ ਨੇ ਫਿਰ ਗਾਂ ਜਾ ਕੇ ਜਿਹੜੀ ਬਹੁਤ ਇੰਪੋਰਟੈਂਸ ਅਟੈਚ ਕੀਤੀ ਵਨ ਕਮਿਊਨਿਟੀ ਨੂੰ, ਉਹ ਗਰੋ ਹੋਈ ਆ। ਇਹ ਫਿਰ ਸਾਰੀ ਆਪਣੀ ਇੱਕ ਕਨੈਕਸ਼ਨ ਹੈਗੀ ਆ ਉਸ ਬਿਗਿਨਿੰਗ ਤੋਂ, ਖਾਲਸਾ ਰਾਜ ਫੋਰਸ ਤੋਂ all the way to ਕੈਨੇਡਾ। ਕਦੇ ਜਦੋਂ ਕੈਨੇਡਾ ਪਹੁੰਚੇ ਆ ਉਹਨਾਂ ਦਾ ਰੈਕੋਰਡ ਸੀਗਾ, ਉਹ ਮੰਨਿਓ ਸੋਲਜਰ ਸੀਗੇ, ਆਲਰੇਡੀ 100 years ਦਾ ਰੈਕੋਰਡ ਸੀਗਾ, ਸਾਰੇ ਦੁਨੀਆ ਦੇ ਬੈਸਟ ਸੋਲਜਰ ਸੀਗੇ। ਜੀ ਅਸੀਂ ਆਖਰ ਦੇ ਵਿੱਚ ਸਾਡੇ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਆ ਉਹਨਾਂ ਨੂੰ ਕੋਈ ਮੈਸੇਜ, ਕੋਈ ਸੁਨੇਹਾ ਦੇਣਾ ਚਾਹੋ ਤੁਸੀਂ? ਇਸ ਵੇਲੇ ਹੁਣ ਆਪਾਂ ਗੱਲਾਂ ਕਰਦੇ ਹਾਂ ਕਮਿਊਨਿਟੀਜ਼ ਨੂੰ, ਸਾਰੇ ਡਿਫਰੈਂਟ ਕਮਿਊਨਿਟੀਜ਼ ਵਿੱਚ ਰੇਸਿਜ਼ਮ, ਡਿਸਕ੍ਰਿਮੀਨੇਸ਼ਨ। ਆਪਾਂ ਨੂੰ ਇੰਨਾ ਪਤਾ ਹੋਣਾ ਚਾਹੀਦਾ 125 years ago ਆਪਣੀ ਕਮਿਊਨਿਟੀ ਆਈ ਹੋ ਇੱਥੇ, ਬਹੁਤ ਅਰਲੀ ਆਈ ਹੋ। ਹੋਰ ਲੋਕੀ ਸਾਰੇ ਭਾਂਤਾਂ ਦੇ ਲੋਕੀ ਮਗਰੋਂ ਆਏ ਆ। ਆਪਾਂ ਨੂੰ ਜੇ ਹੁਣ ਨਾ ਆਪਾਂ ਹਿਸਟਰੀ ਇਹਨੂੰ ਰਿਕਾਰਡ ਕੀਤੀ, ਜੇ ਆਪਾਂ ਨਾ ਸੁਣਾਈਏ, ਇਹ ਜਿਹੜੀਆਂ ਨਵੀਆਂ ਕਮਿਊਨਿਟੀਜ਼ ਆਉਂਦੀਆਂ ਇਹਨਾਂ ਨੇ ਵੀ ਆਪਣਾ ਹੋਰ ਮੋਹਰੇ ਹੋ ਜਾਣਾ, ਆਪਾਂ ਫਿਰ ਪਿੱਛੇ ਰਹਿ ਜਾਣਾ। ਟਾਈਮ ਸਾਡਾ ਆਇਆ, ਇਹ ਹੁਣ ਟਾਈਮ ਹੈਗਾ ਆਪਣਾ ਹਿਸਟਰੀ ਲਿਖਾਉਣ ਲਈ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ। ਸ਼ੁਕਰੀਆ ਜੀ। ਸੋ ਦੋਸਤੋ ਅਸੀਂ ਇਹ ਗੱਲਬਾਤ ਕੀਤੀ ਹੈ ਇਸ ਵੇਲੇ ਸਟੀਵ ਪੁਰੇਵਾਲ ਹੋਣਾ ਦੇ ਨਾਲ ਇਸ ਪ੍ਰੋਜੈਕਟ ਬਾਰੇ। ਬਹੁਤ ਸਮਾਂ ਪਹਿਲਾਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ, ਪਰ ਇਹਦੇ ਵਿੱਚ ਬਹੁਤ ਕੁਝ ਕਰਨ ਵਾਲਾ ਅਜੇ ਲੋੜ ਆ, ਔਰ ਇਕੱਲੇ ਸਟੀਵ ਪੁਰੇਵਾਲ ਕੁਝ ਨਹੀਂ ਕਰ ਸਕਦੇ, ਇਹਨਾਂ ਦੀ ਟੀਮ ਕੁਝ ਨਹੀਂ ਕਰ ਸਕਦੀ। ਕਮਿਊਨਿਟੀ ਦੇ ਪੱਧਰ ਦੇ ਉੱਤੇ ਔਰ ਹਰ ਇੱਕ ਸਰਕਾਰ ਦੇ ਪੱਧਰ ਦੇ ਉੱਤੇ, ਚਾਹੇ ਪ੍ਰੋਵਿੰਸ਼ੀਅਲ ਲੈਵਲ 'ਤੇ ਚਾਹੇ ਫੈਡਰਲ ਲੈਵਲ 'ਤੇ ਆ,
ਕੀ ਕੀਤਾ ਜਾਣਾ ਚਾਹੀਦਾ ਉਹ ਸਰਕਾਰਾਂ ਨੂੰ ਪਤਾ ਜਾਂ ਇਹਨਾਂ ਨੂੰ ਪਤਾ ਕੀ ਕਰਵਾਉਣਾ, ਪਰ ਇਹ ਹੋਣਾ ਜ਼ਰੂਰ ਚਾਹੀਦਾ ਕਿ ਸਾਡੀ ਹਿਸਟਰੀ ਜਿਹੜੀ, ਸਾਡਾ ਇਤਿਹਾਸ ਜਿਹੜਾ ਉਹ ਥੋੜ੍ਹੇ ਸਮੇਂ ਤੱਕ ਹੀ ਸੀਮਿਤ ਨਾ ਰਹਿ ਜਾਵੇ ਜਾਂ ਇੱਦਾਂ ਨਾ ਲੱਗਣ ਲੱਗ ਜਾਵੇ ਕਿ ਅਸੀਂ ਕੋਈ ਬਾਹਰਲੇ ਗੁਲਾਮ ਇੱਥੇ 100 ਸਾਲ ਪਹਿਲਾਂ ਕਾਮਾਗਾਟਾ ਮਾਰੂ ਦੇ ਵਿੱਚ ਆਏ ਸੀ, ਅਸੀਂ ਕੋਈ ਵਿਚਾਰੇ ਜਿਹੇ ਲੋਕ ਹਾਂ, ਅਸੀਂ ਬਾਹਰੋਂ ਆਏ, ਅਸੀਂ ਇੱਥੇ ਮਾਈਗ੍ਰੇਟ ਹੋ ਕੇ ਆਏ ਹਾਂ। ਨਹੀਂ, ਸਾਡੇ ਪੁਰਖੇ, ਸਾਡੇ ਵੱਡ ਵਡੇਰੇ ਇੱਥੋਂ ਦੇ ਬਹੁਤ ਸਾਰੇ ਲੋਕਾਂ ਨਾਲੋਂ ਪਹਿਲਾਂ ਇੱਥੇ ਸੀਗੇ ਔਰ ਬੜੇ ਸਨਮਾਨਯੋਗ ਥਾਂ ਦੇ ਉੱਤੇ ਸੀਗੇ, ਯੋਧੇ ਸੀ, ਬਹਾਦਰ ਸੀਗੇ, ਲੜਦੇ ਸੀਗੇ। ਉਹ ਇਤਿਹਾਸ, ਆਪਣੀ ਉਹ ਹਿਸਟਰੀ ਆਪਾਂ ਨੂੰ ਸਿੱਖਣੀ ਚਾਹੀਦੀ, ਆਪਣੇ ਬੱਚਿਆਂ ਨੂੰ ਦੱਸਣੀ ਚਾਹੀਦੀ ਆ। ਇਹਦੇ ਬਾਰੇ ਜਿਹੜੇ ਵੀ ਯਤਨ ਕੀਤੇ ਜਾਣੇ ਚਾਹੀਦੇ ਆ। ਔਰ ਇਹ ਜਿਹੜਾ ਪ੍ਰੋਜੈਕਟ ਚੱਲ ਰਿਹਾ ਇਹ ਕੋਈ 2 4 6 ਸਾਲ ਦੇ ਵਿੱਚ ਪੂਰਾ ਨਹੀਂ ਹੋ ਜਾਣਾ। ਇਹਦੇ ਲਈ ਕਿੰਨੇ ਦਹਾਕੇ ਲੱਗ ਸਕਦੇ ਆ, ਇਹਦੇ ਲਈ ਕਿੰਨਾ ਸਮਾਂ ਲੱਗ ਸਕਦਾ, ਇਹਦੇ ਲਈ ਕਿੰਨੇ ਰਿਸੋਰਸਿਸ ਲੱਗ ਸਕਦੇ ਆ, ਪਰ ਇਹ ਜਾਰੀ ਜ਼ਰੂਰ ਰਹਿਣੇ ਚਾਹੀਦੇ ਆ। ਜਿੱਥੇ ਕਿਤੇ ਵੀ ਤੁਸੀਂ ਹੈਗੇ ਹੋ, ਚਾਹੇ ਬੁੱਕ ਪੜ੍ਹੋ, ਡਿਊਟੀ ਆਨਰ ਇੱਜ਼ਤ, ਆਪਣੇ ਬੱਚਿਆਂ ਨੂੰ ਦੱਸੋ, ਇਹ ਜਿਹੜੇ ਕੰਮ ਕਰ ਰਹੇ ਆ, ਪ੍ਰੋਜੈਕਟ ਕਰ ਰਹੇ ਆ, ਉਹਨਾਂ ਦੇ ਨਾਲ ਜੁੜੋ ਜਾਂ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਬੀਤੇ ਇਤਿਹਾਸ ਨੂੰ ਫੋਲਣ ਦੀ ਕੋਸ਼ਿਸ਼ ਜ਼ਰੂਰ ਕਰੋ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ, ਇੱਕ ਨਵੀਂ ਸ਼ਖਸੀਅਤ ਦੇ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।